ਕੱਲ੍ਹ ਤੱਕ ਤੁਸੀਂ ਦੇਖੋਗੇ ਤੁਹਾਡੇ ਮਾਧਿਅਮ ਦੇ ਰਾਹੀਂ ਪ੍ਰਧਾਨ ਮੰਤਰੀ ਜੀ ਦੀ ਹਰ ਗੱਲ ਦਾ ਜਵਾਬ ਦਿੱਤਾ ਜਾਣਾ। ਜੋ ਉਹ ਭਾਸ਼ਣ 'ਚ ਬੋਲੇ ਨੇ, ਜੋ ਝੂਠ ਬੋਲੇ ਨੇ, ਹਰ ਗੱਲ ਦਾ ਜਵਾਬ ਦਿੱਤਾ ਜਾਏਗਾ। ਉਹਨਾਂ ਦੇ ਮਨ ਕੀ ਬਾਤ ਨੂੰ ਕਾਊਂਟਰ ਕਰਨ ਲਈ ਮਨ ਕੀ ਬਾਤ ਨੂੰ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਹ ਰੇਡੀਓ ਤੇ ਬੋਲਦੇ ਨੇ, ਮਨ ਕੀ ਬਾਤ ਕਰਦੇ ਨੇ, ਉਦੋਂ ਥਾਲੀਆਂ ਵਜਾ ਕੇ ਉਹਨੂੰ ਸੁਣੇ ਨੂੰ ਅਣਸੁਣਿਆ ਕੀਤਾ ਜਾਵੇ, ਉਹਨੂੰ ਸੁਣਿਆ ਨਾ ਜਾਵੇ। ਅਸਲ ਵਿੱਚ ਅਸੀਂ ਮੋਦੀ ਦਾ ਮਖੌਲ ਉਠਾਉਣਾ ਚਾਹੁੰਦੇ ਹਾਂ। ਇਹ ਤੂੰ ਢੋਂਗ ਰਚਾਇਆ ਮਨ ਕੀ ਬਾਤ ਦਾ ਵੀ ਤੂੰ ਪ੍ਰਧਾਨ ਮੰਤਰੀ ਆ, ਕਿਹੜੀ ਗੱਲ ਹੈ ਤੁਸੀਂ ਕਰ ਨਹੀਂ ਸਕਦੇ? ਸਾਡੇ ਕਿਸਾਨ ਸ਼ਹੀਦ ਹੋ ਰਹੇ ਨੇ, 40 ਤੋਂ ਉੱਪਰ ਕਿਸਾਨ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਨੇ। ਐਡਾ ਦਰਦਨਾਕ ਕਹਾਣੀ ਹੈ ਸਾਡੀ, ਤੇ ਸਾਡੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਸਾਡੀ ਮਨ ਕੀ ਬਾਤ ਆਪਦੀ ਸੁਣਾ ਰਹੀ ਹੈ, ਸਾਡੀ ਨਹੀਂ ਸੁਣ ਰਹੀ। ਇਹ ਸੰਘਰਸ਼ ਸਟੈਬਲਿਸ਼ ਹੋ ਗਿਆ। ਇਹਦੇ ਵਿੱਚ ਸਾਡੀਆਂ ਇਹ ਜਥੇਬੰਦੀਆਂ ਜਿਹੜੀਆਂ ਸੰਘਰਸ਼ ਨੇ, ਉਹ ਆਪਣੇ ਆਪ 'ਚ ਕਹਿ ਲਓ ਕਿ ਰੀੜ੍ਹ ਦੀ ਹੱਡੀ ਨੇ ਪੂਰੇ ਸੰਘਰਸ਼ ਦੀਆਂ। ਇਹਦੇ ਤੋਂ ਹਟ ਕੇ ਕੋਈ ਜਥੇਬੰਦੀ ਹੈ ਜਿਹੜੀ ਆਪਣੇ ਆਪ 'ਚ ਉਹ ਭੂਮਿਕਾ ਨਹੀਂ ਅਖਤਿਆਰ ਕਰ ਸਕਦੀ। ਇਸ ਲਈ ਸਾਨੂੰ ਕੋਈ ਬਹੁਤਾ ਇਸ ਗੱਲ ਤੇ ਚਿੰਤਾ ਕਰਨ ਦੀ ਲੋੜ ਨਹੀਂ। ਅਸੀਂ ਇੱਕ IT ਸੈੱਲ ਬਣਾ ਕੇ ਇਸ ਗੱਲ ਨੂੰ ਲੋਕਾਂ ਦੇਸ਼ ਵਿਦੇਸ਼ ਦੇ ਵਿੱਚ ਲਿਜਾਣ ਦਾ ਯਤਨ ਕੀਤਾ ਸੀ, ਤੇ ਸਰਕਾਰ ਨੇ ਸਾਡਾ ਮਤਲਬ ਫੇਸਬੁੱਕ ਦਾ ਜਿਹੜਾ ਪੇਜ ਹੈ ਉਹ ਹੈਕ ਕਰਤਾ, ਉਡਾਤਾ। ਇਹਨੇ ਹੁਣ ਤੱਕ ਮੋਟੇ-ਮੋਟੇ 22,000 ਝੂਠ ਬੋਲੇ। 22,000 22,000 ਜਿਹੜੇ ਆ ਝੂਠ ਬੋਲਿਆ। ਉਹਨਾਂ 'ਚੋਂ ਵੀ ਇਹ ਝੂਠ ਮਾਰ ਰਿਹਾ, ਜਿਨ੍ਹਾਂ 'ਚੋਂ ਬਹੁਤੇ ਝੂਠ ਜਿਹੜੇ ਆ ਮਨ ਕੀ ਬਾਤ ਵਾਲੇ ਦਿਨ ਹੀ ਜ਼ਿਆਦਾ ਕੀਤੇ ਗਏ। ਸਾਡੇ ਕੋਲ ਉਹ ਐਫੀਡੇਵਿਟ ਨੇ ਜਿਹੜੇ ਤੁਸੀਂ 2015 'ਚ ਸੁਪਰੀਮ ਕੋਰਟ ਦੇ ਵਿੱਚ ਦੇ ਕੇ ਆਏ ਹੋ, ਤੁਹਾਡੀ ਸਰਕਾਰ ਦੇ ਕੇ ਆਈ ਹੈ। ਉਹਨੇ ਕਿਹਾ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਸਕਦੀ। ਅਗਰ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਬਾਜ਼ਾਰ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਬਣ ਜਾਊਗਾ। ਇਹ ਲਿਖਿਆ ਪਿਆ ਸੁਪਰੀਮ ਕੋਰਟ ਦੇ ਵਿੱਚ। ਜਿਹੜੀ ਮਨ ਕੀ ਬਾਤ ਹੈ ਨਾ, ਉਹ ਅਸਲ ਵਿੱਚ ਉਹਨਾਂ ਦੀ ਸੱਚ ਕੀ ਬਾਤ ਨਹੀਂ ਹੈਗੀ, ਇਹ ਝੂਠ ਕੀ ਬਾਤ ਅਸੀਂ ਕਹਿੰਦੇ ਆ। ਵੀ ਜਿੰਨੀਆਂ ਵੀ ਉਹਨਾਂ ਗੱਲਾਂ ਹੁਣ ਤੱਕ ਮਨ ਕੀ ਬਾਤ ਕੀਤੀਆਂ, ਕੋਈ ਇੱਕ ਵੀ ਨਹੀਂ ਲੱਗ ਹੋਈ। ਐਤਕੀ ਪ੍ਰਧਾਨ ਮੰਤਰੀ ਜੀ ਨੂੰ ਮਜਬੂਰ ਕਰਨਗੇ ਸਾਡੇ ਲੋਕ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ। ਜਿਸ ਵੇਲੇ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਸੁਣਾ ਰਹੇ ਹੋਣਗੇ, ਉਸ ਵੇਲੇ ਥਾਲੀਆਂ ਖੜਕਾ ਕੇ, ਜਿਵੇਂ ਕਦੇ ਕਰੋਨਾ ਭਜਾਉਣ ਵਾਸਤੇ ਪ੍ਰਧਾਨ ਮੰਤਰੀ ਜੀ ਨੇ ਖੜਕਾਈਆਂ ਸੀ ਨਾ, ਉਸ ਤਰ੍ਹਾਂ ਖੜਕਾਉਣਗੇ। ਔਰ ਲੋਕ ਇਹਦੇ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਆਵਾਜ਼ ਨੂੰ ਥਾਲੀਆਂ ਦੀ ਆਵਾਜ਼ ਦੇ ਵਿੱਚ ਦਬਾ ਦੇਣਗੇ। ਇਹ ਕਿਸੇ ਦਾ ਬਰਦਾਸ਼ਤ ਨਹੀਂ ਹੈ। ਬੀਜੇਪੀ ਗਵਰਨਮੈਂਟ ਐਸੀ ਆ, ਇਹ ਆਪਣੇ ਉੱਤੇ ਕੋਈ ਵੀ ਟਿੱਪਣੀ ਕਰਨੀ ਬਰਦਾਸ਼ਤ ਨਹੀਂ ਕਰਦੀ। ਜੇਕਰ ਫਿਰ ਵੀ ਮੈਂ ਕਹਿੰਦਾ ਸਰਕਾਰ ਸਾਡੇ ਫੰਡਾਂ ਦੇ ਉੱਤੇ ਮਤਲਬ ਕਿੰਤੂ ਪਰੰਤੂ ਕਰਦੀ ਹੈ ਜਾਂ ਕੋਈ ਕਾਰਵਾਈ ਕਰਨ ਵਰਗੀਆਂ ਗੱਲਾਂ ਕਰਦੀ ਹੈ, ਇਦੋਂ ਨਿੰਦਣਯੋਗ ਹੋਰ ਕੋਈ ਗੱਲ ਨਹੀਂ ਹੋ ਸਕਦੀ। ਔਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਸਰਕਾਰ। ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀ ਘੇਰਾਬੰਦੀ ਜਾਰੀ ਹੈ। ਪਿਛਲੇ 25 ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਹੈ। ਹਰੇਕ ਬਾਰਡਰ ਦੇ ਉੱਤੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਇੱਥੇ ਬੈਠੇ ਹੋਏ ਨੇ। ਦੂਜੇ ਪਾਸੇ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਅਸੀਂ ਤਾਂ ਖੇਤੀ ਕਾਨੂੰਨਾਂ ਦਾ ਪ੍ਰਚਾਰ ਕਰਾਂਗੇ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ, ਸੱਤਾ ਕਰਨ ਦਾ ਫੈਸਲਾ ਕੀਤਾ ਹੈ। ਤੇ ਅੱਜ ਇੱਥੇ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਦੀ ਦੁਆਰਾ ਬੈਠਕ ਹੋਈ ਹੈ। ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੇ ਐਲਾਨ ਕੀਤੇ ਨੇ। ਤੇ ਵੱਡਾ ਸਵਾਲ ਇਹੀ ਰਿਹਾ ਹੈ ਕਿ ਜਿਹੜੇ ਅੱਜ ਦੇ ਐਲਾਨ ਹੈਗੇ ਨੇ ਉਹ ਕੀ ਕੇਂਦਰ ਸਰਕਾਰ ਦੀ ਜਿਹੜੀ ਰਣਨੀਤੀ ਹੈ ਉਸ ਨੂੰ ਕਾਊਂਟਰ ਕਰ ਸਕਣਗੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਵੱਡੇ ਫੈਸਲੇ ਕੀਤੇ ਗਏ ਨੇ, ਉਹਨਾਂ ਦੇ ਵਿੱਚ ਇੱਕ ਫੈਸਲਾ ਇਹ ਕੀਤਾ ਗਿਆ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ NRIs ਬੈਠੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿ ਤੁਸੀਂ ਆਪਣੇ ਦੂਤ ਘਰਾਂ ਦੇ ਵਿੱਚ ਜਾ ਕੇ ਮੰਗ ਪੱਤਰ ਸੌਂਪੋ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੁੱਧ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਨੇ। ਐਤਵਾਰ 27 ਤਰੀਕ ਨੂੰ ਉਹਨਾਂ ਨੇ ਮੁੜ ਮਨ ਕੀ ਬਾਤ ਕਰਨੀ ਹੈ। ਉਸ ਮਨ ਕੀ ਬਾਤ ਨੂੰ ਦਬਾਉਣ ਦੇ ਲਈ ਤੇ ਆਪਣੀ ਗੱਲ ਨਰਿੰਦਰ ਮੋਦੀ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੇ ਦੇਸ਼ ਤੇ ਵਿਦੇਸ਼ ਦੇ ਵਿੱਚ ਜਿਹੜੇ ਵੀ ਲੋਕ ਬੈਠੇ ਨੇ ਭਾਰਤੀ ਖਾਸ ਤੌਰ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਹੋਣ ਤਾਂ ਤੁਸੀਂ ਉਸ ਦਿਨ ਥਾਲੀਆਂ ਖੜਕਾਉਣੀਆਂ ਨੇ। ਥਾਲੀਆਂ ਖੜਕਾ ਕੇ ਉਸ ਆਵਾਜ਼ ਨੂੰ ਦਬਾ ਦੇਣੀ ਹੈ ਤੇ ਆਪਣੀ ਜਿਹੜੀ ਆਵਾਜ਼ ਹੈਗੀ ਹੈ ਉਹ ਨਰਿੰਦਰ ਮੋਦੀ ਹੋਰਾਂ ਦੇ ਕੰਨਾਂ ਤੱਕ ਪਹੁੰਚਾਉਣੀ ਹੈ। ਹਰਿਆਣਾ ਦੇ ਟੋਲ ਪਲਾਜ਼ੇ ਜਿਹੜੇ ਹੈਗੇ ਨੇ ਉਹ 3 ਦਿਨਾਂ ਲਈ ਫ੍ਰੀ ਕਰਨ ਦਾ ਵੀ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈਗਾ। ਇਸ ਤੋਂ ਇਲਾਵਾ ਫੈਸਲਾ ਇਹ ਵੀ ਕੀਤਾ ਹੈਗਾ ਕਿ ਜਿਹੜੀ ਵੀ NDA ਦੇ ਭਾਈਵਾਲ ਹੈਗੇ ਨੇ ਉਹਨਾਂ ਨੂੰ ਵੀ ਮੰਗ ਪੱਤਰ ਸੌਂਪੇ ਜਾਣਗੇ ਕਿ ਉਹ ਆਪਣੇ ਭਾਈਵਾਲ BJP ਸਰਕਾਰ ਦੇ ਉੱਤੇ ਦਬਾਅ ਬਣਾਉਣ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੇ ਨਾਲੇ ਇਹ ਸਪਸ਼ਟ ਕਰਨ ਕਿ ਉਹ ਕਿਸਾਨਾਂ ਦੇ ਨਾਲ ਖੜੇ ਨੇ ਜਾਂ ਆਪਣੀ ਸਰਕਾਰ ਦੇ ਨਾਲ ਖੜੇ ਨੇ। ਸੋ तमाम ਫੈਸਲਿਆਂ ਦੇ ਉੱਤੇ ਕਿਸਾਨ ਆਗੂਆਂ ਦੇ ਨਾਲ ਸਾਡੀ ਵੀ ਗੱਲਬਾਤ ਹੋਈ ਹੈ ਕਿ ਇਹ ਜਿਹੜੇ ਫੈਸਲੇ ਹੈਗੇ ਨੇ ਕੀ ਪ੍ਰਭਾਵ ਛੱਡਣਗੇ, ਕਿਉਂਕਿ ਸਵਾਲ ਤਾਂ ਵੱਡਾ ਇਹੀ ਪੈਦਾ ਹੋ ਰਿਹਾ ਹੈ ਕਿ ਕੇਂਦਰ ਦੀ ਜਿਹੜੀ ਰਣਨੀਤੀ ਹੈ ਉਸ ਨੂੰ ਕੀ ਇਹ ਫੈਸਲੇ ਕਾਊਂਟਰ ਕਰਨਗੇ। ਇੱਕ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਲੋਂ IT ਵਿੰਗ ਬਣਾਇਆ ਗਿਆ ਸੀਗਾ, ਇਹਨਾਂ ਦਾ ਆਪਣਾ ਇੱਕ Facebook ਪੇਜ ਬਣਾਇਆ ਗਿਆ ਸੀ ਪ੍ਰਚਾਰ ਕਰਨ ਦੇ ਲਈ, ਉਹ ਹੁਣ ਹਟਾ ਦਿੱਤਾ ਗਿਆ ਹੈ। ਸੋ ਇਸ ਫੈਸਲੇ ਬਾਰੇ ਵੀ ਆਗੂਆਂ ਦਾ ਕੀ ਕਹਿਣਾ ਹੈ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ।
ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਲਗਾਤਾਰ ਜਾਰੀ ਹੈ। ਦਿੱਲੀ ਦੀ ਘੇਰਾਬੰਦੀ ਨੂੰ 25 ਦਿਨ ਹੋ ਚੁੱਕੇ ਨੇ। ਅੱਜ ਕਿਸਾਨਾਂ ਨੇ ਵੱਡੇ ਫੈਸਲੇ ਲਏ ਨੇ। ਮਨ ਕੀ ਬਾਤ ਕਰਨੀ ਹੈ ਐਤਵਾਰ ਨੂੰ ਨਰਿੰਦਰ ਮੋਦੀ ਹੋਰਾਂ ਨੇ। ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਆਪਣੀ ਮਨ ਕੀ ਬਾਤ ਆਖ ਦਿੱਤੀ ਹੈ। ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਫੈਸਲੇ ਲਏ ਨੇ। ਕੀ ਸਰ ਫੈਸਲੇ ਲਏ ਤੁਸੀਂ? ਇੱਕ ਤਾਂ ਕੱਲ ਨੂੰ 11 ਕਿਸਾਨ ਦੇ ਆਗੂ ਨੇ ਜਿਹੜੇ 24 ਘੰਟੇ ਦੀ ਭੁੱਖ ਹੜਤਾਲ ਤੇ ਬੈਠ ਰਹੇ ਨੇ ਸਾਰੇ ਜਗ੍ਹਾ ਤੇ। 23 ਤਰੀਕ ਨੂੰ ਦੇਸ਼ ਵਿਆਪੀ ਸੱਦਾ ਦਿੱਤਾ ਹੈ। ਚਰਨ ਸਿੰਘ ਦਾ ਉਸ ਦਿਨ ਜਨਮ ਦਿਨ ਹੁੰਦਾ, ਚੌਧਰੀ ਚਰਨ ਸਿੰਘ ਦਾ। ਉਹ ਦੇਸ਼ ਦੇ ਵਿੱਚ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਉਹ ਕਿਸਾਨ ਦਿਵਸ ਦੇ ਉੱਤੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਦੇਸ਼ ਅੰਨਦਾਤੇ ਲਈ ਇੱਕ ਟਾਈਮ ਦਾ ਜਿਹੜਾ ਅਨਾਜ ਹੈ ਉਹ ਲੋਕ ਮਿਸ ਕਰਨ, ਲੰਚ ਹੈ ਜਿਹੜਾ। ਤੀਸਰਾ ਹੈ 25, 26, 27 ਹਰਿਆਣੇ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ। 26, 27 ਨੂੰ ਸਾਰੇ ਦੇਸ਼ ਦੇ ਅੰਦਰ ਬੀਜੇਪੀ ਤੇ ਅਲਾਈਡ ਨੇ ਜਿਹੜੇ ਐਨਡੀਏ ਦੇ, ਉਹਨਾਂ ਨੂੰ ਚੇਤਾਵਨੀ ਪੱਤਰ ਕਹਿ ਲਓ, ਯਾਦ ਪੱਤਰ ਦਿੱਤੇ ਜਾਣਗੇ ਕਿ ਉਹ ਐਨਡੀਏ ਦਾ ਸਾਥ ਤਾਂ ਦੇਣ। ਐਨਡੀਏ ਮਤਲਬ ਕਿ ਐਨਡੀਏ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਜਿਹੜਾ ਸਾਥ ਦੇ ਰਹੇ ਹੋ, ਤੁਸੀਂ ਕਹੋ ਕਿ ਕਿਸਾਨਾਂ ਦੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਵੇ। ਨਹੀਂ ਅਸੀਂ ਉਹਨਾਂ ਨੂੰ ਕਵਾਂਗੇ ਕਿ ਤੁਹਾਡਾ ਜਿਹੜਾ ਇਸ ਲੋਕਾਂ ਦੇ ਵਿੱਚ ਜਿਹੜਾ ਚੱਲਣ ਫਿਰਨਾ ਇਹਨੂੰ ਮੁਸ਼ਕਲ ਕਰ ਦਾਂਗੇ। 26, 27 ਨੂੰ ਹੀ ਜਿਹੜਾ ਇੰਡੀਅਨ ਡਾਇਸਪੋਰਾ ਸਾਰਾ ਬਾਹਰਲੇ ਮੁਲਕਾਂ 'ਚ ਹੈ ਉਹਨਾਂ ਨੂੰ ਸੱਦਾ ਦਿੱਤਾ ਕਿ 26, 27 ਨੂੰ ਉਹ ਆਪਣੇ ਦੇਸ਼ਾਂ ਦੇ ਆਪੋ ਆਪਣੇ ਮੁਲਕਾਂ ਦੇ ਅੰਦਰ ਭਾਰਤ ਦੇ ਜਿਹੜੇ ਕਿਸਾਨ ਫਾਈਟ ਕਰ ਰਹੇ ਨੇ ਇਹਦੇ ਹੱਕ ਦੇ ਵਿੱਚ ਪ੍ਰੋਟੈਸਟ ਮੁਜ਼ਾਹਰੇ ਕਰਨ। ਇਹਦੇ ਨਾਲ ਹੀ ਅਡਾਨੀ ਅੰਬਾਨੀ ਦਾ ਜਿਹੜਾ ਪ੍ਰੋਡਕਟ ਤੇ ਸਰਵਿਸਿਜ਼ ਦਾ ਬਾਈਕਾਟ ਦਾ ਸੱਦਾ ਉਹ ਜਾਰੀ ਰਹੂਗਾ ਤੇ ਅਡਾਨੀ ਦੀ ਪ੍ਰੋਡਕਟ ਖਾਸ ਕਰਕੇ ਜਿਹੜੀ ਫੋਰਚੂਨ ਹੈ ਜਿਹਦੇ ਵਿੱਚ ਉਹ ਘਿਓ ਬਣਾਉਂਦੇ ਨੇ, ਬੇਸਣ ਬਣਾਉਂਦੇ ਨੇ, ਆਟਾ ਜਾਂ ਉਹ ਜਿਹੜੀ ਫੋਰਚੂਨ ਦੇ ਨਾਂ 'ਤੇ ਬਹੁਤ ਕੁਝ ਬਣਦਾ ਸਪੈਸੀਫਿਕਲੀ ਕਿਉਂਕਿ ਖੇਤੀ ਨਾਲ ਜੁੜੀ ਹੋਈ ਪ੍ਰੋਡਕਟ ਹੈ ਉਹਦੇ ਬਾਈਕਾਟ ਦਾ ਸੱਦਾ ਜੋ ਵਿਸ਼ੇਸ਼ ਤੌਰ 'ਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਨਗੇ ਤੇ ਉਹਨਾਂ ਦੇ ਮਨ ਕੀ ਬਾਤ ਨੂੰ ਕਾਊਂਟਰ ਕਰਨ ਲਈ ਕੀ ਮਨ ਕੀ ਬਾਤ ਨੂੰ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਹ ਰੇਡੀਓ ਤੇ ਬੋਲਦੇ ਨੇ, ਮਨ ਕੀ ਬਾਤ ਕਰਦੇ ਨੇ, ਉਦੋਂ ਥਾਲੀਆਂ ਵਜਾ ਕੇ ਉਹਨੂੰ ਸੁਣੇ ਨੂੰ ਅਣਸੁਣਿਆ ਕੀਤਾ ਜਾਵੇ, ਉਹਨੂੰ ਸੁਣਿਆ ਨਾ ਜਾਵੇ। ਬਲਕਿ ਇਹ ਫੈਸਲਾ ਕਿੰਨਾ ਕੁ ਅਸਰ ਛੱਡੂਗਾ, ਕਿੰਨਾ ਕੁ ਪ੍ਰਭਾਵ ਛੱਡੂਗਾ? ਇਹ ਫੈਸਲੇ ਅੱਡ ਅੱਡ ਨੇ ਸਾਰੇ, ਆਪਣੇ ਆਪ 'ਚ ਇੱਕ ਤਰ੍ਹਾਂ ਦਾ ਪ੍ਰੋਟੈਸਟ ਹੈ, ਵਿਰੋਧ ਹੈ। ਇੱਕ ਵਿਰੋਧ ਹੈ ਕਿ ਤੁਸੀਂ ਲੋਕਾਂ ਨੂੰ ਮਨ ਦੀ ਬਾਤ ਨਾਲ ਸਮਝਾਉਣਾ ਚਾਹੁੰਦੇ ਹੋ, ਅਸੀਂ ਤੁਹਾਡੀਆਂ ਗੱਲਾਂ ਨੂੰ ਮਤਲਬ ਕਿ ਆਪ ਤੱਕ ਹੀ ਸੁਣਨਾ, ਲੋਕਾਂ ਨੂੰ ਵੀ ਥਾਲੀ ਬਣਾ ਕੇ ਨਹੀਂ ਸੁਣ ਦਿੰਦੇ। ਸੋ ਇਹ ਇੱਕ ਤਰ੍ਹਾਂ ਦਾ ਪ੍ਰੋਟੈਸਟ ਹੈ ਉਹਨਾਂ ਦੇ ਵਿਰੋਧ ਦੇ ਵਿੱਚ। ਬਾਕੀ ਵੀ ਪ੍ਰੋਟੈਸਟ ਨੇ, ਪ੍ਰੋਟੈਸਟ ਅੱਡ ਅੱਡ ਫਾਰਮਾਂ ਹੁੰਦੀਆਂ ਨੇ, ਅੱਡ ਅੱਡ ਫਾਰਮ ਦੇ ਵਿੱਚ ਅਸੀਂ ਪ੍ਰੋਟੈਸਟ। ਡਾਕਟਰ ਦਰਸ਼ਨਪਾਲ ਜੀ, ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਖਲ ਦਿੱਤਾ ਹੈ। ਉਸ ਸੁਪਰੀਮ ਕੋਰਟ ਦੇ ਦਖਲ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਸੁਪਰੀਮ ਕੋਰਟ ਦਾ ਜਿਹੜਾ ਇੰਨਾ ਦਖਲ ਹੈ ਕਿ ਉਹਨਾਂ ਨੇ ਸਾਡਾ ਜਿਹੜਾ ਸੰਘਰਸ਼ ਹੈ ਇਸ ਸੰਘਰਸ਼ ਨੂੰ ਇੱਕ ਡੈਮੋਕ੍ਰੈਟਿਕ ਸੰਘਰਸ਼ ਦੇ ਤੌਰ ਤੇ ਉਹਨੂੰ ਮਾਨਤਾ ਦਿੱਤੀ ਹੈ ਤੇ ਨਾਲ ਸਰਕਾਰ ਨੂੰ ਇਹ ਕਿਹਾ ਵੀ ਇਹ ਸੰਘਰਸ਼ ਹੈ ਜਿਹੜਾ ਇਹਨਾਂ ਦਾ ਇਹ ਡੈਮੋਕ੍ਰੈਟਿਕ ਹੋਣ ਨਾਤੇ ਇਹਨੂੰ ਉਠਾਉਣ ਦੀ ਅਸੀਂ ਕੋਈ ਜ਼ਰੂਰਤ ਨਹੀਂ ਸਮਝਦੇ ਤੇ ਨਾਲ ਸਰਕਾਰ ਨੂੰ ਇਹ ਕਿਹਾ ਵੀ ਜਦੋਂ ਤੱਕ ਇਹ ਨਾਨ ਵਾਇਲੈਂਟ ਚੱਲ ਰਿਹਾ ਹੈ ਅਸੀਂ ਇਹਨੂੰ ਨਹੀਂ ਉਠਾਵਾਂਗੇ ਤੇ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਇਹਦੇ ਵਿੱਚ ਕੋਈ ਵਾਇਲੈਂਸ ਆਪਣੇ ਵੱਲੋਂ ਸਰਕਾਰ ਨਾ ਕਰਨ ਦੀ ਕੋਸ਼ਿਸ਼ ਕਰੇ। ਇਹ ਪਾਰਟ ਸੁਪਰੀਮ ਕੋਰਟ ਦਾ ਸਾਡੇ ਸੰਘਰਸ਼ ਦੇ ਕਾਫੀ ਹੱਦ ਜਿਹੜੀ ਤੁਹਾਡੀ ਕਿਸਾਨ ਜਥੇਬੰਦੀ ਦੀ ਪੈਰਲਰ ਹੋਰ ਜਥੇਬੰਦੀਆਂ ਕੇਂਦਰ ਦੇ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ ਨੇ, ਉਸ ਜਥੇਬੰਦੀਆਂ ਨੂੰ ਕਾਊਂਟਰ ਕਰਨ ਲਈ ਵੀ ਕੋਈ ਰਣਨੀਤੀ ਬਣਾਈ? ਨਹੀਂ, ਮੈਨੂੰ ਤਾਂ ਕਾਊਂਟਰ ਕਰਨ ਦੀ ਲੋੜ ਹੀ ਨਹੀਂ, ਮਰਿਆਂ ਨੂੰ ਹੋਰ ਕੀ ਮਾਰਨਾ ਜੀ। ਉਹ ਕੋਈ ਬਹੁਤੀ ਕਾਮਯਾਬ ਜਥੇਬੰਦੀਆਂ ਹੀ ਨਹੀਂ, ਜਾਂ ਤਾਂ ਹੋਵੇ ਨਾ ਕਿ ਉਹਨਾਂ ਦੀ ਬਹੁਤ ਮਾਨਤਾ ਹੈ ਸਮਾਜ ਦੇ ਅੰਦਰ। ਜਦ ਤੱਕ ਇਹ ਸੰਘਰਸ਼ ਸਟੈਬਲਿਸ਼ ਹੋ ਗਿਆ ਇਹਦੇ ਵਿੱਚ ਸਾਡੀਆਂ ਇਹ ਜਥੇਬੰਦੀਆਂ ਜਿਹੜੀਆਂ ਸੰਘਰਸ਼ ਨੇ ਉਹ ਆਪਣੇ ਆਪ 'ਚ ਇੱਕ ਕਹਿ ਲਓ ਕਿ ਰੀੜ੍ਹ ਦੀ ਹੱਡੀ ਨੇ ਪੂਰੇ ਸੰਘਰਸ਼ ਦੀਆਂ। ਇਹਦੇ ਤੋਂ ਹਟ ਕੇ ਕੋਈ ਜਥੇਬੰਦੀ ਹੈ ਜਿਹੜੀ ਆਪਣੇ ਆਪ 'ਚ ਉਹ ਭੂਮਿਕਾ ਨਹੀਂ ਇਖਤਿਆਰ ਕਰ ਸਕਦੀ। ਇਸ ਲਈ ਸਾਨੂੰ ਕੋਈ ਬਹੁਤਾ ਇਸ ਗੱਲ ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇੱਕ ਅੱਧਾ ਬਿਆਨ ਤੁਹਾਡੇ ਰਾਹੀਂ ਪਤਾ ਲੱਗੂਗਾ, ਅਸੀਂ ਬਿਆਨ ਦੇ ਦਾਂਗੇ, ਬਸ ਵੀ ਉਹ ਜਥੇਬੰਦੀਆਂ ਵੀ ਨਹੀਂ। ਸ਼ੁਕਰੀਆ ਗੱਲ ਕਰਨ ਲਈ। ਸੋ ਇਹ ਸਨ ਡਾਕਟਰ ਦਰਸ਼ਨਪਾਲ ਜੀ, ਜਿਨ੍ਹਾਂ ਨੇ ਅੱਜ ਦੱਸਿਆ ਕਿ ਕਿਹੜੇ ਫੈਸਲੇ ਲਏ ਗਏ ਨੇ। ਹੋਰ ਵੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਂਗੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਕਿਸਾਨਾਂ ਨੇ ਵੱਡੇ ਫੈਸਲੇ ਲਏ ਨੇ, ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਜਿਹੜੇ ਫੈਸਲੇ ਲਏ ਨੇ ਉਹਨਾਂ ਨੂੰ ਕਾਊਂਟਰ ਕਰਨ ਲਈ। ਸੋ ਡੱਲੇਵਾਲ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜੇ ਤੁਸੀਂ ਅੱਜ ਫੈਸਲੇ ਲਏ ਨੇ, ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਦੀ ਰਣਨੀਤੀ ਨੂੰ ਇਹ ਫੈਸਲੇ ਕਾਊਂਟਰ ਕਰ ਸਕਣਗੇ? ਜਿਸ ਤਰੀਕੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਪ੍ਰੈਸ ਕਾਨਫਰੰਸਾਂ ਕਰਾਂਗੇ, ਸੱਥਾਂ ਕਰਾਂਗੇ ਖੇਤੀ ਕਾਨੂੰਨਾਂ ਦਾ ਪ੍ਰਚਾਰ ਕਰਨ ਦੇ ਲਈ। ਦੇਖੋ, ਕੱਲ ਤੱਕ ਤੁਸੀਂ ਦੇਖੋਗੇ ਤੁਹਾਡੇ ਮਾਧਿਅਮ ਦੇ ਰਾਹੀਂ ਪ੍ਰਧਾਨ ਮੰਤਰੀ ਜੀ ਦੀ ਹਰ ਗੱਲ ਦਾ ਜਵਾਬ ਦਿੱਤਾ ਜਾਣਾ ਹੈ। ਜੋ ਉਹ ਭਾਸ਼ਣ 'ਚ ਬੋਲੇ ਨੇ, ਜੋ ਝੂਠ ਬੋਲੇ ਨੇ, ਹਰ ਗੱਲ ਦਾ ਜਵਾਬ ਦਿੱਤਾ ਜਾਏਗਾ। ਜਿਵੇਂ ਉਹ ਕਹਿ ਰਹੇ ਨੇ ਕਿ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਤੀ, ਇਹ ਕਹਿ ਰਹੇ ਨੇ, ਬੜਾ ਵੱਡਾ ਝੂਠ ਮਾਰਿਆ ਪ੍ਰਧਾਨ ਮੰਤਰੀ ਜੀ ਨੇ। ਅਸੀਂ ਇਹ ਕਹਿ ਰਹੇ ਹਾਂ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ, ਜੇ ਤੁਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਤੀ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰ ਦਿਓ। ਬੜਾ ਸੌਖੀ ਗੱਲ ਹੈ ਨਾ।
ਜੇ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ ਤਾਂ ਇਹਦਾ ਮਤਲਬ ਤੁਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਤੋਂ ਭੱਜ ਰਹੇ ਹੋ। ਸਾਡੇ ਕੋਲੇ ਉਹ ਐਫੀਡੇਵਿਟ ਨੇ ਜਿਹੜੇ ਤੁਸੀਂ 2015 ਚ ਸੁਪਰੀਮ ਕੋਰਟ ਦੇ ਵਿੱਚ ਦੇ ਕੇ ਆਏ ਹੋ, ਤੁਹਾਡੀ ਸਰਕਾਰ ਦੇ ਕੇ ਆਈ ਹੈ, ਔਰ ਇਹ ਕਿਹਾ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਸਕਦੀ। ਅਗਰ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਬਾਜ਼ਾਰ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਬਣ ਜਾਊਗਾ। ਇਹ ਲਿਖਿਆ ਪਿਆ ਸੁਪਰੀਮ ਕੋਰਟ ਦੇ ਵਿੱਚ, ਇਹਨਾਂ ਦਾ ਐਫੀਡੇਵਿਟ ਪਿਆ ਸੁਪਰੀਮ ਕੋਰਟ ਦੇ ਵਿੱਚ। ਇਹਨਾਂ ਦੇ ਐਫੀਡੇਵਿਟ ਦੇ ਆਧਾਰ ਦੇ ਉੱਤੇ ਹੀ ਸਾਡੇ ਖਿਲਾਫ ਫੈਸਲਾ ਸਾਡੇ ਖਿਲਾਫ ਹੋਇਆ ਹੈ। ਔਰ ਇਹ ਸਰਕਾਰ ਕਿਵੇਂ ਕਹਿ ਰਹੀ ਹੈ ਅਸੀਂ ਸਵਾਮੀਨਾਥਨ ਦੀ ਰਿਪੋਰਟ ਦੇ, ਪਹਿਲਾਂ ਮੇਰਾ ਕਹਿਣ ਦਾ ਭਾਵ ਤਰ੍ਹਾਂ ਦੇ ਝੂਠ ਬੋਲੇ ਗਏ ਨੇ, ਉਹ ਸਾਰੇ ਦੇ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਖੋਲਾਂਗੇ, ਇਹਨਾਂ ਦੇ ਪਰਦੇ ਖੋਲ੍ਹ ਦਿਆਂਗੇ। ਤੁਸੀਂ ਟੋਲ ਪਲਾਜ਼ੇ ਹਰਿਆਣਾ ਦੇ 3 ਦਿਨਾਂ ਲਈ ਫ੍ਰੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਤੁਸੀਂ ਲੰਮਾ ਸਮਾਂ ਤੱਕ ਟੋਲ ਪਲਾਜ਼ੇ ਫ੍ਰੀ ਹਾਲੇ ਵੀ ਪਏ ਹੋਏ ਨੇ। ਜਦੋਂ ਲੋਕ ਲੰਘਦੇ ਨੇ ਦੁਆਵਾਂ ਦੇ ਕੇ ਜਾਂਦੇ ਨੇ ਕਿਸਾਨਾਂ ਨੂੰ ਕਿ ਭਾਈ ਇਹ ਸਭ ਤੋਂ ਵਧੀਆ ਜਿਹੜਾ ਕਿਸਾਨ ਆਗੂਆਂ ਨੇ ਕੰਮ ਕੀਤਾ, ਜਥੇਬੰਦੀਆਂ ਨੇ ਕੰਮ ਕੀਤਾ, ਸਭ ਤੋਂ ਵਧੀਆ ਫੈਸਲਾ ਹੈ। ਇਹ ਪੂਰੇ ਦੇਸ਼ ਦੇ ਤੁਸੀਂ ਟੋਲ ਪਲਾਜ਼ੇ ਕਿਉਂ ਨਹੀਂ ਫ੍ਰੀ ਕਰ ਦਿੰਦੇ? ਦੇਖੋ ਹਜੇ ਬੱਚਾ ਜਨਮ ਲੈਂਦਾ ਹੈ ਨਾ, ਫਿਰ ਉਹ ਹੌਲੀ ਹੌਲੀ ਰੁੜਨ ਲੱਗਦਾ ਹੈ, ਫਿਰ ਉਹ ਖੜਾ ਹੁੰਦਾ ਹੈ, ਫਿਰ ਉਹ ਤੁਰਨ ਲੱਗਦਾ ਹੈ, ਫਿਰ ਉਹ ਭੱਜਣ ਲੱਗਦਾ ਹੈ, ਫਿਰ ਉਹ ਸਕੂਲ ਜਾਣ ਲੱਗਦਾ ਹੈ, ਫਿਰ ਉਹ ਪੜ੍ਹਦਾ, ਪੜ੍ਹ ਕੇ ਅਫਸਰ ਬਣ ਜਾਂਦਾ ਹੈ। ਸਾਡਾ ਅੰਦੋਲਨ ਇੱਥੋਂ ਤੱਕ ਪਹੁੰਚ ਗਿਆ। ਕੁਝ ਇਲਾਕੇ ਇਹੋ ਜਿਹੇ ਨੇ ਜਿੱਥੇ ਅੰਦੋਲਨ ਹਜੇ ਜਨਮ ਲੈ ਕੇ ਤੁਰਨਾ ਸ਼ੁਰੂ ਕਰ ਰਿਹਾ ਹੈ, ਔਰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਅਸੀਂ ਨਾਲ ਰਲਾਉਣ ਦਾ ਯਤਨ ਕਰ ਰਹੇ ਹਾਂ। ਜਿਹੜਾ ਪਿੱਛੇ ਰਹੇ ਸਾਡੇ ਵੀਰ ਹੈ ਉਹਨਾਂ ਨੂੰ ਅਸੀਂ ਨਾਲ ਰਲਾ ਕੇ ਚੱਲਣ ਦਾ ਯਤਨ ਕਰ ਰਹੇ ਹਾਂ। ਹੌਲੀ ਹੌਲੀ ਜਿੱਥੇ ਵੀ ਮਤਲਬ ਕਮਜ਼ੋਰੀਆਂ ਨੇ ਉਹ ਸਾਰੀਆਂ ਕਮਜ਼ੋਰੀਆਂ, ਕਿਉਂਕਿ ਭਾਰਤ ਬਹੁਤ ਵੱਡਾ ਹੈ, ਅਸੀਂ ਇੱਕ ਤਾਂ ਹੁਣ ਇੱਥੇ ਉਲਝੇ ਹੋਏ ਹਾਂ, ਤਾਂ ਨਾਲ ਦੀ ਨਾਲ ਅਸੀਂ ਬਾਹਰ ਬੈਠੇ ਸਾਡੇ ਲੋਕਾਂ ਨੂੰ ਵੀ ਇਹ ਮੈਸੇਜ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਲੰਘਣਾ ਸਾਰਿਆਂ ਜੀ ਟੋਲ ਪਲਾਜ਼ਿਆਂ ਤੇ ਫ੍ਰੀ ਹੋ ਜਾਊਗਾ, ਇਹ ਕਰਵਾ ਦਿਆਂਗੇ ਅਸੀਂ। ਡੱਲੇਵਾਲ ਸਾਹਿਬ, ਪਹਿਲੀ ਵਾਰ ਹੋਇਆ ਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਮਨ ਕੀ ਬਾਤ ਨਰਿੰਦਰ ਮੋਦੀ ਹੋਰਾਂ ਦੀ ਗੱਲ ਦਬਾਉਣ ਲਈ, ਤੇ ਤੁਸੀਂ ਇਹ ਫੈਸਲਾ ਕੀ ਸੋਚ ਕੇ ਕੀਤਾ, ਇਸ ਦਾ ਕੀ ਪ੍ਰਭਾਵ ਜਾਊਗਾ? ਦੇਖੋ ਮੈਂ ਇਹ ਜਿਹੜਾ ਸਾਡਾ ਜਥੇਬੰਦੀਆਂ ਨੇ ਫੈਸਲਾ ਲਿਆ ਹੈ, ਅਸੀਂ ਇਸ ਵਾਸਤੇ ਲਿਆ ਹੈ ਕਿ ਪ੍ਰਧਾਨ ਮੰਤਰੀ ਜੀ ਲੋਕਾਂ ਨੂੰ ਮਨ ਕੀ ਬਾਤ ਸੁਣਾ ਰਹੇ ਨੇ, ਲੋਕਾਂ ਨੂੰ ਪ੍ਰੈਸ ਕਾਨਫਰੰਸਾਂ ਦੇ ਰਾਹੀਂ, ਇੱਥੋਂ ਬੈਠੇ ਵਰਚੁਅਲ ਮੀਟਿੰਗਾਂ ਦੇ ਰਾਹੀਂ ਸੰਬੋਧਨ ਕਰ ਰਹੇ ਨੇ। ਕੱਲ ਨੂੰ ਭਾਵ ਮੇਰਾ 27 ਤਰੀਕ ਨੂੰ ਮਨ ਕੀ ਬਾਤ ਰਾਹੀਂ ਫੇਰ ਲੋਕਾਂ ਦੇ ਮਤਲਬ ਭਰਮ ਫੈਲਾਏ ਜਾਣੇ ਨੇ। ਅਸੀਂ ਕਹਿੰਦੇ ਆ ਕਿ ਸਰਕਾਰਾਂ ਹਮੇਸ਼ਾ ਲੋਕਾਂ ਦੇ ਦਰਦ ਨੂੰ ਸੁਣਿਆ ਕਰਦੀਆਂ, ਲੋਕਾਂ ਦੇ ਉੱਤੇ ਫੈਸਲੇ ਥੋਪਿਆ ਨਹੀਂ ਕਰਦੀਆਂ, ਲੋਕਾਂ ਨੂੰ ਆਪਦੇ ਮਨ ਦੀ ਗੱਲ ਸੁਣਾਇਆ ਨਹੀਂ ਕਰਦੀਆਂ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਉਹ ਸੁਣੇ ਲੋਕਾਂ ਦੀ ਗੱਲ। ਹੁਣ ਜਦੋਂ ਲੋਕਾਂ ਦੀ ਗੱਲ ਜੇ ਸੁਣਨੀ ਨਹੀਂ ਚਾਹੁੰਦੀ ਸਰਕਾਰ, ਇੱਥੇ ਬੈਠੇ ਨਾ ਲੋਕ, ਅੱਜ 20 ਦਿਨ ਤੋਂ ਉੱਤੇ ਦਿਨ ਟੱਪ ਗਏ, 22 ਦਿਨ ਹੋ ਗਏ ਲੋਕਾਂ ਨੂੰ ਇੱਥੇ ਬੈਠਿਆਂ ਨੂੰ, ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਔਰ ਦੁਹਾਈ ਪਿੱਟ ਰਹੇ ਨੇ ਲੋਕ। ਰੋਜ਼ਾਨਾ ਸਾਡੇ ਕਿਸਾਨ ਸ਼ਹੀਦ ਹੋ ਰਹੇ ਨੇ, 40 ਤੋਂ ਉੱਪਰ ਕਿਸਾਨ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਨੇ। ਐਡਾ ਦਰਦਨਾਕ ਕਹਾਣੀ ਹੈ ਸਾਡੀ, ਤੇ ਸਾਡੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਸਾਡੀ ਮਨ ਕੀ ਬਾਤ ਆਪਦੀ ਸੁਣਾ ਰਹੀ ਹੈ, ਸਾਡੀ ਨਹੀਂ ਸੁਣ ਰਹੀ। ਤਾਂ ਫਿਰ ਸਾਨੂੰ ਇਹ ਮਜਬੂਰ ਨੇ ਫੈਸਲਾ ਲੈਣਾ ਪਿਆ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਦੀ ਐਤਕੀ ਮਨ ਕੀ ਬਾਤ ਨਹੀਂ ਸੁਣਾਂਗੇ। ਐਤਕੀ ਪ੍ਰਧਾਨ ਮੰਤਰੀ ਜੀ ਨੂੰ ਮਜਬੂਰ ਕਰਨਗੇ ਸਾਡੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ। ਜਿਸ ਵੇਲੇ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਸੁਣਾ ਰਹੇ ਹੋਣਗੇ ਉਸ ਵੇਲੇ ਥਾਲੀਆਂ ਖੜਕਾ ਕੇ, ਜਿਵੇਂ ਕਦੇ ਕਰੋਨਾ ਭਜਾਉਣ ਵਾਸਤੇ ਪ੍ਰਧਾਨ ਮੰਤਰੀ ਜੀ ਨੇ ਖੜਕਾਈਆਂ ਸੀ ਨਾ, ਉਸ ਤਰ੍ਹਾਂ ਖੜਕਾਉਣਗੇ, ਔਰ ਲੋਕ ਇਹਦੇ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਆਵਾਜ਼ ਨੂੰ ਥਾਲੀਆਂ ਦੀ ਆਵਾਜ਼ ਦੇ ਵਿੱਚ ਦਬਾ ਦੇਣਗੇ, ਤਾਂ ਕਿ ਪ੍ਰਧਾਨ ਮੰਤਰੀ ਜੀ ਮਜਬੂਰ ਹੋਣ ਲੋਕਾਂ ਦੀ ਗੱਲ ਸੁਣਨ ਲਈ। ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਲੋਕਾਂ ਨੂੰ ਅਪੀਲ ਕਰ ਰਹੇ ਹੋ ਕਿ ਉਸ ਦਿਨ ਤੁਸੀਂ ਥਾਲੀਆਂ ਖੜਕਾਣੀਆਂ ਜਦੋਂ ਮਨ ਕੀ ਬਾਤ ਕਰਨ, ਤੁਹਾਨੂੰ ਨਹੀਂ ਲੱਗਦਾ ਕਿ ਇਸ ਨਾਲ ਤਾਂ ਭਾਰਤ ਦਾ ਜਲੂਸ ਨਿਕਲ ਜਾਏਗਾ ਕੌਮਾਂਤਰੀ ਪੱਧਰ ਦੇ ਉੱਤੇ? ਨਹੀਂ, ਭਾਰਤ ਸਾਡਾ ਮਕਸਦ ਭਾਰਤ ਦਾ ਜਲੂਸ ਕੱਢਣਾ ਨਹੀਂ ਹੈ ਜੀ, ਇਹ ਵੀ ਮੈਂ ਕਲੀਅਰ ਕਰਾਂ। ਪਰ ਸਾਡੇ ਭਾਰਤੀ ਬਹੁਤ ਬੈਠੇ ਨੇ ਬਾਹਰ, ਵਿਦੇਸ਼ਾਂ ਦੇ ਵਿੱਚ ਕਦੇ ਨਹੀਂ ਅਸੀਂ ਸੋਚਦੇ ਕਿ ਭਾਰਤ ਨੀਵਾਂ ਹੋਵੇ ਸਾਡਾ। ਅਸੀਂ ਜੇ ਭਾਰਤ ਨੀਵਾਂ ਰੱਖਣਾ ਹੁੰਦਾ, ਸਾਡੇ ਮਨ 'ਚ ਭਾਰਤ ਨੂੰ ਨੀਵਾਂ ਕਰਨ ਦੀ ਗੱਲ ਹੁੰਦੀ, ਤਾਂ ਸਾਡਾ ਭਾਰਤ ਮੰਗਤਾ ਸੀ। ਸਾਡੇ ਪ੍ਰਧਾਨ ਮੰਤਰੀ ਮੰਗਤੇ ਸੀ, ਜਾ ਕੇ ਅਨਾਜ ਮੰਗਦੇ ਸੀ। PL 480 ਵਰਗੇ ਸਮਝੌਤਿਆਂ ਦੇ ਤਹਿਤ ਮੰਗਦੇ ਸੀ, ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਉੱਤੇ ਸ਼ਰਤ ਲਾਤੀ ਸੀ ਅਮਰੀਕਾ ਨੇ ਕਿ ਉਹ ਜੰਗ ਬੰਦ ਕਰ, ਫਿਰ ਅਨਾਜ ਦੇਵਾਂਗੇ, ਨਹੀਂ ਤਾਂ ਅਨਾਜ ਨਹੀਂ ਦੇਵਾਂਗੇ। ਇਹ ਸ਼ਰਤ ਲੱਗੀ ਸੀ, ਔਰ ਅਸੀਂ ਇਹ ਸੈਲਫ ਡਿਪੈਂਡੈਂਟ ਕੀਤਾ ਹੈ, ਭਾਰਤ ਨੂੰ ਆਪਣੇ ਪੈਰਾਂ 'ਤੇ ਖੜੇ ਕੀਤਾ ਹੈ। ਅੱਜ ਸਾਡੇ ਭਾਰਤ ਨੂੰ ਇੰਨਾ ਸੈਲਫ ਡਿਪੈਂਡ ਹੋਣ ਤੋਂ ਗਾਹਾਂ ਟਪਾਤਾ, ਅਸੀਂ ਇਹਨੂੰ ਸਰਪਲਸ ਦੇਸ਼ ਬਣਾਤਾ ਕਿ ਅਨਾਜ ਦੇ ਪ੍ਰਤੀ ਤੁਸੀਂ ਜਿੰਨਾ ਮਰਜ਼ੀ ਅਨਾਜ ਵੇਚੋ ਬਾਹਰ ਜਾ ਕੇ। ਔਰ ਅਸੀਂ ਫਿਰ ਇਹਨੂੰ ਕਿਵੇਂ ਮੰਨਾਂਗੇ ਵੀ ਅਸੀਂ ਰਾਸ਼ਟਰ ਪ੍ਰਤੀ ਅਸੀਂ ਕੋਈ ਦੇਸ਼ ਵਿਰੋਧੀ ਹਾਂ?
ਸਾਡਾ ਵੀ ਪਿਆਰਾ ਦੇਸ਼ ਹੈ, ਸਾਨੂੰ ਵੀ ਆਪਦੇ ਦੇਸ਼ ਦੇ ਸਨਮਾਨ ਦੀ ਲੋੜ ਹੈ ਔਰ ਉਹਨੂੰ ਅਸੀਂ ਪੂਰਾ ਕੀਤਾ ਹੈ। ਲੇਕਿਨ ਅੱਜ ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਸਾਡੇ ਨਾਲ ਇਹ ਕਰਨ ਤੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਵੀਰ ਪੰਜਾਬੀ ਹਿੰਦੁਸਤਾਨੀ ਭਾਈਚਾਰਾ ਬੈਠਾ ਹੈ ਉਹ ਤੇ ਸਾਡਾ ਹਿੱਸੇਦਾਰ ਹੈ ਨਾ, ਉਹ ਤਾਂ ਸਾਡੇ ਇਸ ਅੰਦੋਲਨ ਦੇ ਹਿੱਸੇਦਾਰ ਹੈ ਨਾ। ਅਸੀਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਤਕੜੇ ਹੋ ਕੇ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿਓ। ਤੁਸੀਂ ਇੱਕ ਫੈਸਲਾ ਕੀਤਾ ਕਿ ਜਿਹੜੇ ਐਨਡੀਏ ਦੇ ਨਾਲ ਸਹਿਯੋਗੀ ਦਲ ਹੈਗੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਮੰਗ ਪੱਤਰ ਸੌਂਪੋਗੇ ਕਿ ਖੇਤੀ ਕਾਨੂੰਨ ਰੱਦ ਕਰਵਾਓ, ਜੇ ਨਹੀਂ ਰੱਦ ਕਰਵਾਉਂਦੇ ਤਾਂ ਤੁਸੀਂ ਭਾਈਵਾਲੀ ਨਾਲ ਸੰਬੰਧ ਤੋੜ ਦਿਓ। ਦੂਜੇ ਪਾਸੇ ਜਿਹੜੀ ਭਾਈਵਾਲ ਪਾਰਟੀਆਂ ਹੈਗੀਆਂ ਨੇ ਐਨਡੀਏ ਦੀਆਂ ਤੇ ਭਾਜਪਾ ਤਾਂ ਉਹਨਾਂ ਨੂੰ ਟਿੱਚ ਜਾਂਦੀ ਹੈ। ਬਹੁਤ ਸਾਰੀਆਂ ਪਾਰਟੀਆਂ ਨੇ ਜਦੋਂ ਆਵਾਜ਼ ਚੁੱਕੀ ਤਾਂ ਕਹਿੰਦੇ ਜਾਣਾ ਜਾਓ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਫੈਸਲੇ ਨਾਲ ਕੋਈ ਫਰਕ ਪਊਗਾ? ਨਹੀਂ, ਇਹ ਦੇਖਿਓ, ਇਹ ਰਿਜ਼ਲਟ ਆਉਣਗੇ। ਕੱਲ ਮੈਂ ਫੇਸਬੁੱਕ ਤੇ ਦੇਖ ਰਿਹਾ ਸੀਗਾ, ਹਰਿਆਣੇ ਦੇ ਕਿਸੇ ਬੀਜੇਪੀ ਦੇ ਸਾਬਕਾ ਲੀਡਰ ਹੈ, ਤਕੜਾ ਲੀਡਰ ਹੈ, ਸਾਂਸਦ ਸੰਜੇ ਭਾਟੀਆ ਦਾ ਚਾਂਦ ਭਾਟੀਆ ਦਾ ਫਿਰਾ ਹੋਇਆ ਹੈ। ਹਾਂ, ਨਹੀਂ, ਇੱਕ ਨੇ ਛੱਡੀ ਹੈ, ਇੱਕ ਨੇ ਇਹ ਕਿਹਾ ਕਿ ਮੈਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਹਾਂ। ਸਾਬਕਾ ਕੇਂਦਰੀ ਮੰਤਰੀ ਇਹ ਕਿਹਾ ਕਿਸੇ ਬੰਦੇ ਨੇ। ਮੈਂ ਕਹਿੰਦਾ ਜੇਕਰ ਇਹ ਹੋ ਰਿਹਾ ਹੈ ਔਰ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਇਹਨਾਂ ਦੇ ਥੰਮ ਡਿੱਗੇ ਨੇ, ਬੀਜੇਪੀ ਦੇ ਥੰਮ ਡਿੱਗੇ ਨੇ, ਤਾਂ ਜੇ ਕਿਤੇ ਇਹ ਹੁੰਦਾ ਹੈ ਐਨਡੀਏ ਇਹਨਾਂ ਦਾ ਸਾਥ ਛੱਡਦੀ ਹੈ, ਇਹਨਾਂ ਦੇ ਆਪਦੇ ਸਾਥੀ ਇਹਨਾਂ ਦਾ ਸਾਥ ਛੱਡਦੇ ਨੇ, ਤਾਂ ਇਕੱਲੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜੀ ਰਹਿ ਜਾਣਗੇ, ਬਾਕੀ ਸਾਰੇ ਹੋ ਸਕਦਾ ਸਾਥ ਛੱਡ ਕੇ ਪਿਛਾਂ ਨਿਕਲ ਜਾਣ। ਸੋ ਇਹ ਮੈਸੇਜ ਆ ਜਿਹੜਾ ਸਾਡਾ, ਇਹ ਦੇਣ ਦਾ ਭਾਵ ਸਾਡਾ ਇਹ ਹੈ ਕਿ ਕੱਲ ਨੂੰ ਕਿਸੇ ਦਾ ਘਰਾਓ ਕਰਨ ਦੇ ਨਾਲ ਤੋਂ ਪਹਿਲਾਂ ਸਾਡੀ ਘੱਟੋ ਘੱਟ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੂੰ ਇਹਦਾ ਮੈਸੇਜ ਦੇਈਏ ਕਿ ਤੁਸੀਂ, ਤੁਹਾਡੀ ਸਰਕਾਰ 'ਚ ਤੁਸੀਂ ਭਾਈਵਾਲ ਹੋ, ਤੁਸੀਂ ਇਹਨਾਂ ਦੇ ਹਿੱਸੇਦਾਰ ਹੋ, ਇਹਨਾਂ ਤੱਕ ਸਾਡੀ ਗੱਲ ਪਹੁੰਚਾਓ। ਡੱਲੇਵਾਲ ਸਾਹਿਬ, ਤੁਸੀਂ ਦੱਸਿਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਦੂਤ ਘਰ ਹੈਗੇ ਨੇ ਉੱਥੇ ਜਾ ਕੇ ਜਿਹੜੇ ਭਾਰਤੀ ਬੈਠੇ ਨੇ ਉਹ ਮੰਗ ਪੱਤਰ ਸੌਂਪਣ, ਲੇਕਿਨ ਉਹ ਤਾਂ ਪਹਿਲਾਂ ਵੀ ਮੰਗ ਪੱਤਰ ਸੌਂਪ ਰਹੇ ਨੇ, ਉੱਥੇ ਮੰਗ ਪੱਤਰ ਕੋਈ ਲੈਣ ਹੀ ਨਹੀਂ ਆ ਰਿਹਾ। ਹਾਂ, ਦੇਖੋ, ਐਤਕੀ ਦੇ ਮੰਗ ਪੱਤਰ ਜਾਣ ਦੇ ਵਿੱਚ ਤੇ ਪਹਿਲਾਂ ਦੇ ਮੰਗ ਪੱਤਰ ਜਾਣ 'ਚ ਫਰਕ ਰਿਹਾ ਹੋਊਗਾ, ਅੱਗੇ ਤੁਸੀਂ ਦੇਖੋਗੇ ਹੁਣ ਹੋਊਗਾ, ਕਿਉਂਕਿ ਪਹਿਲਾਂ ਉਹਨਾਂ ਨੇ ਮੰਗ ਪੱਤਰ ਦਿੱਤੇ ਨੇ ਆਪਣੀ ਭਾਵਨਾ ਨਾਲ। ਐਤਕੀ ਉਹਨਾਂ ਨੇ ਸਾਡੀ ਲੜਾਈ ਦੇ ਨਾਲ ਸਾਡੀ ਮੰਗ ਆ, ਅਸੀਂ ਉਹਨਾਂ ਤੱਕ ਪੁਕਾਰ ਆ ਸਾਡੀ ਕਿ ਸਾਡੀ ਆਵਾਜ਼ ਦੇ ਨਾਲ ਆਵਾਜ਼ ਮਿਲਾਓ। ਇਸ ਵਾਰੀ ਸਾਡੀ ਆਵਾਜ਼ ਦੇ ਨਾਲ ਆਵਾਜ਼ ਮਿਲਾਉਣਗੇ ਔਰ ਐਤਕੀ ਮਜਬੂਰ ਕਰਨਗੇ ਸਰਕਾਰ ਨੂੰ ਕਿ ਮੰਗ ਪੱਤਰ ਲੈਣ ਲਈ ਮਜਬੂਰ ਹੋਣਾ ਪਏਗਾ ਸਵਾਰਥ ਕਰਨ ਲਈ। ਡੱਲੇਵਾਲ ਸਾਹਿਬ, ਕਿਸਾਨ ਅੰਦੋਲਨ ਦੇ ਵਿੱਚ ਸੁਪਰੀਮ ਕੋਰਟ ਦੇ ਦਖਲ ਨੂੰ ਦੇਖੀਏ ਤਾਂ ਬਹੁਤ ਸਾਰੇ ਬੁੱਧੀਜੀਵੀਆਂ ਦਾ ਇਹ ਮੰਨਣਾ ਹੈ ਕਿ ਸੁਪਰੀਮ ਕੋਰਟ ਇਸ ਵੇਲੇ ਕੇਂਦਰ ਸਰਕਾਰ ਦਾ ਸੱਜਾ ਹੱਥ ਹੈ ਤੇ ਕਿਸਾਨਾਂ ਨੂੰ ਇਸ ਮਾਮਲੇ ਦੇ ਵਿੱਚ ਉਲਝਾਉਣ ਲਈ ਇਹ ਦਖਲ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਇਸ ਮਾਮਲੇ 'ਚ ਉਲਝ ਸਕਦੇ ਨੇ, ਬੜੇ ਸੋਚ ਸਮਝ ਕੇ ਅੱਗੇ ਪੈਰ ਧਰਨਾ ਚਾਹੀਦਾ ਹੈ। ਤੁਸੀਂ ਸੁਪਰੀਮ ਕੋਰਟ ਦੇ ਦਖਲ ਨੂੰ ਪਹਿਲੀ ਨਜ਼ਰੀਏ ਕਿਵੇਂ ਦੇਖਦੇ ਹੋ? ਦੇਖੋ, ਸੁਪਰੀਮ ਕੋਰਟ ਦਾ ਦਖਲ ਮੈਂ ਕਹੂੰਗਾ, ਜੇ ਤਾਂ ਸੁਪਰੀਮ ਕੋਰਟ ਨੇ ਸਿੱਧਾ ਦਖਲ ਦਿੱਤਾ ਹੁੰਦਾ ਤਾਂ ਅਸੀਂ ਕਹਿ ਲੈਂਦੇ ਵੀ ਸੁਪਰੀਮ ਕੋਰਟ ਨੇ ਸਿੱਧਾ ਦਖਲ ਦਿੱਤਾ ਹੈ। ਸੋ ਮੋਟੋ ਕੋ ਉਹਨਾਂ ਨੇ ਐਕਸ਼ਨ ਨਹੀਂ ਲਿਆ। ਇਹ ਇੱਕ ਵਿਅਕਤੀ ਦੇ ਰਾਹੀਂ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਵਰਤਣ ਦਾ ਯਤਨ ਕੀਤਾ ਹੈ ਔਰ ਉਹਦੇ ਰਾਹੀਂ ਇਹ ਇੱਕ ਮਤਲਬ ਪੀਏਐਲ ਪਾਈ ਗਈ ਹੈ। ਔਰ ਅੱਜ ਤੱਕ ਦਾ ਜਿਹੜਾ ਸਾਡੀ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਰੁਖ ਹੈ ਸਾਡੇ ਪ੍ਰਤੀ ਉਹ ਪੋਜ਼ਿਟਿਵ ਹੈ। ਉਹ ਸਰਕਾਰ ਨੂੰ ਇਹ ਝਾੜ ਪਾਈ ਹੈ ਉਹਨਾਂ ਨੇ ਕਿ ਇਹ ਤੇ ਮਤਲਬ ਦਿੱਲੀ ਆ ਰਹੇ ਸੀ, ਤੁਸੀਂ ਰੋਕਿਆ, ਤੁਸੀਂ ਕਿਉਂ ਰੋਕੇ? ਜੇ ਤੁਸੀਂ ਰੋਕਿਆ ਤਾਂ ਸੜਕਾਂ ਬਲੌਕ ਹੋਈਆਂ, ਸੜਕਾਂ ਤਾਂ ਤੁਸੀਂ ਬਲੌਕ ਕੀਤੀਆਂ, ਲੋਕਾਂ ਨੇ ਨਹੀਂ ਕੀਤੀਆਂ। ਇਸ ਕਰਕੇ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਕਰਨਾ, ਕੋਈ ਸਾਨੂੰ ਬਲ ਪ੍ਰਯੋਗ ਕਰਨਾ, ਅਸੀਂ ਇਹਦਾ ਅਲਾਉ ਨਹੀਂ ਕਰ ਸਕਦੇ। ਇਹਦੇ ਤੇ ਇੱਥੋਂ ਤੱਕ ਮੈਂ ਕਹੂੰਗਾ ਸੁਪਰੀਮ ਕੋਰਟ ਦਾ ਜਿਹੜਾ ਹੈ ਰੁਖ ਹੈ ਕਿਸਾਨ ਪੱਖੀ ਹੈ। ਕੋਈ ਸੁਪਰੀਮ ਕੋਰਟ ਨੇ ਸਾਡੇ ਨਾਲ ਮਤਲਬ ਧੱਕੇ ਵਾਲੀ ਗੱਲ ਪਰ ਨਹੀਂ। ਇੱਕ ਲਾਈਨ ਸੁਪਰੀਮ ਕੋਰਟ ਨੇ ਹੋਰ ਐਡ ਕੀਤੀ ਹੈ, ਉਹਨਾਂ ਨੇ ਇਹ ਕਿਹਾ ਕਿ ਰਸਤਾ ਕਿਸੇ ਦਾ ਆਪਾਂ ਨਹੀਂ ਰੋਕ ਸਕਦੇ, ਲੋਕਾਂ ਨੂੰ ਨਹੀਂ ਮੁਸ਼ਕਲਾਂ ਆਉਣੀਆਂ ਚਾਹੀਦੀਆਂ, ਲੇਕਿਨ ਕਿਸਾਨਾਂ ਨੇ ਤਾਂ ਦਿੱਲੀ ਦੀ ਘੇਰਾਬੰਦੀ ਕੀਤੀ ਹੈ ਨਾ। ਮੈਨੂੰ ਲੱਗਦਾ ਹੈ ਸੁਪਰੀਮ ਕੋਰਟ ਜਦੋਂ ਅਸੀਂ ਜਾ ਕੇ ਗੱਲ ਦੱਸਾਂਗੇ ਤਾਂ ਸੁਪਰੀਮ ਕੋਰਟ ਨੂੰ ਇਹ ਵੀ ਗੱਲ ਇੱਕ ਪੋਜ਼ਿਟਿਵ ਨਜ਼ਰ ਆ ਰਹੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਲੋਕ ਬੜੇ ਖੁਸ਼ ਨੇ, ਲੋਕ ਬੜੇ ਸੈਟੀਸਫਾਈ ਨੇ, ਲੋਕ ਇਹਦਾ ਮਤਲਬ ਸਾਥ ਦੇ ਰਹੇ ਨੇ। ਫੇਸਬੁੱਕ ਪੇਜ ਉਡਾਤਾ ਸਾਡਾ ਸਰਕਾਰ ਨੇ, ਹੁਣੇ ਚੱਲਦੇ। ਆ ਲਓ ਜੀ, ਅਸੀਂ ਇੱਕ ਆਈਟੀ ਸੈੱਲ ਬਣਾ ਕੇ ਇਸ ਗੱਲ ਨੂੰ ਲੋਕਾਂ ਦੇਸ਼ ਵਿਦੇਸ਼ ਦੇ ਵਿੱਚ ਲਿਜਾਣ ਦਾ ਯਤਨ ਕੀਤਾ ਸੀ ਤੇ ਸਰਕਾਰ ਨੇ ਸਾਡਾ ਮਤਲਬ ਫੇਸਬੁੱਕ ਦਾ ਜਿਹੜਾ ਪੇਜ ਹੈ ਉਹ ਹੈਕ ਕਰਤਾ, ਉਡਾਤਾ। ਤੇ ਸਮਝੋ ਕਿ ਸਰਕਾਰ ਕਿੱਥੋਂ ਤੱਕ ਘਬਰਾਈ ਹੋਈ ਹੈ। ਆਹ ਭੋਲੇ ਭਾਲੇ ਜੱਟਾਂ ਤੋਂ ਡਰੀ ਜਾਂਦੀ ਹੈ। ਕਿੱਡੀ ਮੰਦਭਾਗੀ ਗੱਲ ਹੈ, ਕਿੱਡੀ ਮਾੜੀ ਕਿਸਮਤ ਆ ਸਾਡੀ ਸਰਕਾਰ ਦੀ ਤੇ ਸਾਡੇ ਲੋਕਾਂ ਦੀ ਕਿ ਇਹੋ ਜੀ ਸਰਕਾਰ ਸਾਨੂੰ ਮਿਲੀ ਹੈ। ਇੰਨੇ ਹੱਥ ਕੰਡੇ ਵਰਤੇ ਜਾ ਰਹੇ ਨੇ ਤੇ ਕੋਈ ਗੱਲ ਨਹੀਂ, ਕਰਨ ਦਿਓ ਸਰਕਾਰ ਜੋ ਕਰਦੀ ਹੈ, ਲੜਾਈ ਜਾਰੀ ਰਹੇਗੀ। ਡੱਲੇਵਾਲ ਸਾਹਿਬ, ਆਖਰੀ ਸਵਾਲ, ਵਿਦੇਸ਼ੀ ਜਿਹੜਾ ਫੰਡ ਆ ਰਿਹਾ ਉਸ ਨੂੰ ਵੀ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨਾਲ ਕੋਈ ਅਸਰ ਪਊਗਾ ਕਿ ਜਿਸ ਤਰੀਕੇ ਨਾਲ ਇੱਕ ਜਥੇਬੰਦੀ ਨੂੰ ਖਾਸ ਤੌਰ ਤੇ ਨੋਟਿਸ ਵੀ ਗਿਆ ਇਸ ਚੀਜ਼ ਨੂੰ ਲੈ ਕੇ, ਤੇ ਕੀ ਮਨਸ਼ਾ ਲੱਗਦੀ ਹੈ ਕੇਂਦਰ ਸਰਕਾਰ ਦੀ?
ਦੇਖੋ ਮੈਂ ਵੀ ਜਿਹੜੀ ਫੰਡਿੰਗ ਦੀ ਗੱਲ ਕਰ ਰਹੇ ਨੇ, ਫੰਡਿੰਗ ਦੇ ਮਾਮਲੇ ਦੇ ਉੱਤੇ ਤਾਂ ਇਹ ਗੱਲ ਹੈ ਕਿ ਜੇ ਤਾਂ ਪੋਲੀਟੀਕਲ ਪਾਰਟੀਆਂ ਫੰਡ ਲੈਂਦੀਆਂ ਨੇ ਤਾਂ ਉਹ ਜਾਇਜ਼ ਹੈ, ਜੇ ਕਿਸਾਨਾਂ ਦੇ ਅੰਦੋਲਨ ਨੂੰ ਫੰਡ ਮਿਲਦਾ ਤਾਂ ਉਹ ਨਜਾਇਜ਼ ਹੈ। ਤੇ ਸਰਕਾਰ ਕੀ ਚਾਹੁੰਦੀ ਹੈ, ਸਾਨੂੰ ਇਹਨਾਂ ਫੰਡਾਂ ਦੇ ਕਾਰਨ ਵਜ੍ਹਾ ਬਣਾ ਕੇ ਜੇਲ੍ਹ ਲਿਜਾਣਾ ਚਾਹੁੰਦੀ, ਤੇ ਅਸੀਂ ਜੇਲ੍ਹ ਜਾਣਾ ਤੇ ਆਏ ਹਾਂ। ਅਸੀਂ ਤਾਂ ਪਹਿਲਾਂ ਹੀ ਤਿਆਰ ਹੋ ਕੇ ਆਏ ਹਾਂ ਕਿ ਸਾਨੂੰ ਜੇਲ੍ਹ ਜਾਣਾ ਪੈਣਾ, ਅਸੀਂ ਜੇਲ੍ਹ ਜਾਣ ਲਈ ਤਿਆਰ ਹਾਂ। ਸਰਕਾਰ ਬਹਾਨਾ ਜਿਹੜਾ ਮਰਜ਼ੀ ਬਣਾ ਲੇ। ਦੂਜੀ ਗੱਲ ਜਿਹੜੀ ਹੈ ਨਾ ਫੰਡਾਂ ਦੀ ਗੱਲ, ਫੰਡਾਂ ਦਾ ਸਿਸਟਮ ਇਹ ਜਿਹਾ ਹੁੰਦਾ ਹੈ ਕਿ ਅਸੀਂ ਫੰਡ ਜਿਹੜਾ ਸਾਨੂੰ ਆ ਰਿਹਾ ਹੈ, ਅਸੀਂ ਦੇਸ਼ ਦੇ ਲੋਕਾਂ ਦੇ ਲਈ ਅੰਦੋਲਨ ਦੇ ਵਿੱਚ ਲਾ ਰਹੇ ਹਾਂ। ਜਿਹੜੇ ਸਾਡੇ ਅੰਦੋਲਨ ਤੋਂ ਬਚਿਆ ਫੰਡ ਆ, ਜਿਹੜੇ ਸਾਡੇ ਸ਼ਹੀਦ ਨੇ, ਉਹਨਾਂ ਸ਼ਹੀਦ ਪਰਿਵਾਰਾਂ ਨੂੰ ਅਸੀਂ ਇਹ ਫੰਡ ਮਤਲਬ ਦੋਗੇ, ਉਹਨਾਂ ਦੇ ਵਿੱਚ ਡਿਵਾਈਡ ਕਰਾਂਗੇ, ਉਹਨਾਂ ਨੂੰ ਵੰਡਾਂਗੇ। ਉਹਨਾਂ ਦੇ ਵਿੱਚ ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਭਾਵੇਂ ਜਿਹੜੇ ਜੀਵ ਪ੍ਰਾਣੀ ਸਾਡੇ ਕੋਲੋਂ ਚਲੇ ਗਏ ਨੇ ਉਹ ਤਾਂ ਅਸੀਂ ਕੁਝ ਦੇ ਨਹੀਂ ਸਕਦੇ, ਲੇਕਿਨ ਇਹ ਸਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਬੈਠੇ ਵੀਰ ਸਾਨੂੰ ਜਿਹੜਾ ਇਹ ਫੰਡ ਦੇ ਰਹੇ ਨੇ, ਇਹ ਅਸੀਂ ਉਹਨਾਂ ਵਾਸਤੇ ਆ। ਹੁਣ ਇੱਕ ਪਾਸੇ ਫੰਡ ਉਹ ਆ ਜਿਹੜਾ ਸ਼ਹੀਦਾਂ ਨੂੰ ਵੰਡਿਆ ਜਾਣਾ ਹੈ, ਇੱਕ ਪਾਸੇ ਫੰਡ ਉਹ ਆ ਜਿਹੜਾ ਅੰਦੋਲਨ ਦੇ ਲਈ ਵਰਤਿਆ ਜਾਣਾ ਹੈ, ਤੇ ਦੂਸਰੇ ਪਾਸੇ ਫੰਡ ਉਹ ਆਉਂਦਾ ਹੈ ਜਿਹੜਾ ਸੱਤਾ ਹਾਸਲ ਕਰਨ ਲਈ ਵਰਤਣਾ ਹੈ। ਤੇ ਤੁਸੀਂ ਅੰਦਾਜ਼ਾ ਲਾ ਲਓ ਦੋਹਾਂ ਦੇ ਫੰਡਾਂ 'ਚ ਕੀ ਫਰਕ ਹੈ। ਜੇਕਰ ਫਿਰ ਵੀ ਮੈਂ ਕਹਿੰਦਾ ਸਰਕਾਰ ਸਾਡੇ ਫੰਡਾਂ ਦੇ ਉੱਤੇ ਮਤਲਬ ਕਿੰਤੂ ਪਰੰਤੂ ਕਰਦੀ ਹੈ ਜਾਂ ਕੋਈ ਕਾਰਵਾਈ ਕਰਨ ਵਰਗੀਆਂ ਗੱਲਾਂ ਕਰਦੀ ਹੈ, ਇਦੋਂ ਨਿੰਦਣਯੋਗ ਹੋਰ ਕੋਈ ਗੱਲ ਨਹੀਂ ਹੋ ਸਕਦੀ। ਔਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਸਰਕਾਰ। ਡੱਲੇਵਾਲ ਸਾਹਿਬ, ਜਾਂਦੇ ਜਾਂਦੇ ਇੱਕ ਵਾਰ ਦੁਬਾਰਾ ਦੱਸ ਦਿਓ ਦਰਸ਼ਕਾਂ ਨੂੰ ਕਿ ਮਨ ਕੀ ਬਾਤ ਜਦੋਂ ਪ੍ਰਧਾਨ ਮੰਤਰੀ ਨੇ ਕਰਨੀ ਹੈ ਉਸ ਵੇਲੇ ਉਹਨਾਂ ਨੇ ਕੀ ਕੰਮ ਕਰਨਾ ਹੈ ਤੇ ਕੀ ਨਾਅਰੇ ਲਾਉਣੇ ਨੇ, ਕਿਸ ਤਰ੍ਹਾਂ ਦਾ ਪ੍ਰਚਾਰ ਕਰਨਾ ਹੈ। ਦੇਖੋ, ਨਾਅਰੇ ਲਾਉਣ ਵਾਲੀ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਕਰਨਗੇ ਇਸ ਵਾਰੀ 27 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਮਨ ਕੀ ਬਾਤ ਕਰਨੀ ਹੈ। ਇਸ ਵਾਰੀ ਆਪਾਂ ਜਦੋਂ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਕਰਨ, ਆਪਾਂ ਪ੍ਰਧਾਨ ਮੰਤਰੀ ਜੀ ਨੂੰ ਸੁਨੇਹਾ ਦੇਣਾ ਹੈ ਕਿ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਬਹੁਤ ਸੁਣ ਲਈ ਹੈ, ਹੁਣ ਸਾਡੀ ਤਕਲੀਫ ਸੁਣੋ, ਸਾਡੀ ਗੱਲ ਸੁਣੋ। ਜਿਹੜੇ ਤੁਹਾਡੇ ਦਰ ਤੇ ਆਏ ਬੈਠੇ ਨੇ ਸਾਡੇ ਲੱਖਾਂ ਲੋਕ, ਇਹਨਾਂ ਦੀ ਗੱਲ ਸੁਣੋ। ਇਹਨਾਂ ਦੀ ਗੱਲ ਸੁਣਨ ਵਾਸਤੇ ਮਜਬੂਰ ਕਰਨਾ ਸੀ ਪ੍ਰਧਾਨ ਮੰਤਰੀ ਜੀ ਨੂੰ। ਔਰ ਜਿਸ ਵੇਲੇ ਪ੍ਰਧਾਨ ਮੰਤਰੀ ਜੀ ਮਨ ਕੀ ਆਵਾਜ਼ ਸੁਣਾ ਰਹੇ ਹੋਣ, ਉਸ ਵੇਲੇ ਅਸੀਂ ਸਾਰਿਆਂ ਨੇ ਥਾਲੀਆਂ ਵਜਾਉਣੀਆਂ ਔਰ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥਾਲੀਆਂ ਵਜਾ ਕੇ ਅਸੀਂ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਆਵਾਜ਼ ਨੂੰ ਥਾਲੀਆਂ ਦੀ ਆਵਾਜ਼ ਦੇ ਵਿੱਚ ਦਬਾ ਕੇ ਵਿਰੋਧ ਕਰਨਾ ਹੈ, ਤਾਂ ਕਿ ਪ੍ਰਧਾਨ ਮੰਤਰੀ ਜੀ ਮਜਬੂਰ ਹੋਣ ਇੱਥੇ ਬੈਠੇ ਲੋਕਾਂ ਦੀ। ਘਰਾਂ ਦੇ ਬਾਹਰ ਥਾਲੀਆਂ, ਹਾਂ, ਥਾਲੀਆਂ ਤੇ ਜਿੱਥੇ ਮਰਜ਼ੀ ਵਜਾ ਲੈਣ, ਕੋਈ ਜ਼ਰੂਰੀ ਨਹੀਂ ਕੋਠਿਆਂ ਤੇ ਚੜ੍ਹ ਕੇ ਵਜਾਉਣੀਆਂ। ਇਹ ਗੱਲ ਹੈ ਜਿੱਥੇ ਵੀ ਵਜਾਉਣਗੇ ਆਵਾਜ਼ ਜ਼ਰੂਰ ਪ੍ਰਧਾਨ ਮੰਤਰੀ ਦੇ ਕੰਨਾਂ ਤੱਕ ਪਹੁੰਚੇਗੀ। ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਇਹ ਸਨ ਜਗਜੀਤ ਸਿੰਘ ਡੱਲੇਵਾਲ ਜੀ, ਜਿਨ੍ਹਾਂ ਨੇ ਆਖਿਆ ਹੈ ਕਿ ਨਰਿੰਦਰ ਮੋਦੀ ਦੀ ਮਨ ਕੀ ਬਾਤ ਨੂੰ ਕਾਊਂਟਰ ਕਰਨ ਦੇ ਲਈ 27 ਤਰੀਕ ਨੂੰ ਐਤਵਾਰ ਨੂੰ ਥਾਲੀਆਂ ਵਜਾਉਣੀਆਂ ਨੇ ਤੇ ਥਾਲੀਆਂ ਵਜਾ ਕੇ ਨਰਿੰਦਰ ਮੋਦੀ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਹੈ ਕਿ ਅਸੀਂ ਸਾਰੇ ਕਿਸਾਨਾਂ ਦੇ ਨਾਲ ਖੜੇ ਹਾਂ। ਹੋਰ ਵੀ ਬਹੁਤ ਸਾਰੇ ਫੈਸਲੇ ਲੈਣੇ। 3 ਦਿਨਾਂ ਲਈ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਹਰਿਆਣਾ ਦੇ। ਲੋਕਾਂ ਦੀ ਮੰਗ ਜ਼ਰੂਰ ਹੈਗੀ ਹੈ ਕਿ ਪੂਰੇ ਦੇਸ਼ ਦੇ ਹੀ ਟੋਲ ਪਲਾਜ਼ੇ ਫ੍ਰੀ ਹੋ ਜਾਣੇ ਚਾਹੀਦੇ ਨੇ, ਕਿਉਂਕਿ ਟੋਲ ਪਲਾਜ਼ਿਆਂ ਤੇ ਵੱਡੇ ਪੱਧਰ ਉੱਤੇ ਲੁੱਟ ਵੀ ਹੋ ਰਹੀ ਹੈ। ਤੇ ਨਾਲ ਹੀ ਜਿਹੜੇ ਫੈਸਲੇ ਲੈਣੇ ਕਿ ਵਿਦੇਸ਼ਾਂ ਦੇ ਵੀ ਜਿਹੜੇ ਦੂਤ ਘਰ ਹੈਗੇ ਨੇ ਉਹਨਾਂ ਦਾ ਉੱਥੇ ਜਾ ਕੇ ਮੰਗ ਪੱਤਰ ਸੌਂਪਣ ਭਾਰਤੀ, ਤੇ ਤਾਂ ਜੋ ਉੱਥੇ ਜਾ ਕੇ ਪਤਾ ਲੱਗੇ ਕਿ ਇੱਕ ਕੌਮਾਂਤਰੀ ਦਬਾਅ ਬਣੇ ਇਸ ਸਰਕਾਰ ਦੇ ਉੱਤੇ। ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਜਿਹੜਾ ਆਈਟੀ ਵਿੰਗ ਬਣਾਇਆ ਸੀਗਾ, ਆਈਟੀ ਸੈੱਲ ਬਣਾਇਆ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ, ਉਸ ਦਾ ਜਿਹੜਾ ਫੇਸਬੁੱਕ ਪੇਜ ਸੀਗਾ ਉਹ ਹੁਣੇ ਹਟਾ ਦਿੱਤਾ ਗਿਆ ਹੈ। ਤੇ ਉਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੇ ਵੀ ਇੱਕ ਗਲਤ ਫੈਸਲਾ ਕੀਤਾ ਹੈਗਾ ਤੇ ਇਹ ਜਿਹੜਾ ਕਿਸਾਨਾਂ ਦਾ ਪ੍ਰਚਾਰ ਹੈਗਾ ਉਸ ਨੂੰ ਰੋਕਣ ਲਈ ਇਹ ਫੈਸਲਾ ਕੀਤਾ ਗਿਆ। ਹੋਰ ਵੀ ਜਿਹੜੇ ਫੈਸਲੇ ਲੈਣੇ, ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਫੈਸਲੇ ਹੈਗੇ ਨੇ ਕੇਂਦਰ ਸਰਕਾਰ ਦੀ ਜਿਹੜੀ ਰਣਨੀਤੀ ਹੈਗੀ ਹੈ ਕਿ ਉਸ ਨੂੰ ਕਾਊਂਟਰ ਕਰ ਸਕਣਗੇ। ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਸਰ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲੇ ਲਏ ਨੇ ਤੇ ਉਹਨਾਂ ਦੇ ਵਿੱਚ ਹਰਿਆਣਾ ਦੇ ਟੋਲ ਪਲਾਜ਼ੇ ਫ੍ਰੀ ਕਰਨ ਦੇ ਵੀ ਫੈਸਲੇ ਗਏ, ਵਿਦੇਸ਼ਾਂ ਦੇ ਵਿੱਚ ਵੀ ਦੂਤਘਰਾਂ ਨੂੰ ਮੰਗ ਪੱਤਰ ਸੌਂਪਣ ਦੇ ਫੈਸਲੇ ਲਏ ਗਏ ਨੇ, ਤੇ ਜਿਹੜੇ ਐਨਡੀਏ ਦੇ ਸਹਿਯੋਗੀ ਦਲਾਂ ਨੇ ਉਹਨਾਂ ਨੂੰ ਵੀ ਮੰਗ ਪੱਤਰ ਦੇ ਫੈਸਲੇ ਲਏ ਗਏ ਨੇ। ਤੇ ਖਾਸ ਤੌਰ ਤੇ ਮਨ ਕੀ ਬਾਤ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਕਰਦੇ ਨੇ, ਤੇ ਉਸ ਵੇਲੇ ਪੂਰੇ ਦੇਸ਼ ਵਾਸੀਆਂ ਨੂੰ, ਵਿਦੇਸ਼ਾਂ ਦੇ ਵਿੱਚ ਵੀ ਬੈਠੇ ਜਿਹੜੇ ਲੋਕ ਹੈਗੇ ਨੇ, ਤੁਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਸ ਦਿਨ ਤੁਸੀਂ ਥਾਲੀਆਂ ਖੜਕਾਉਣੀਆਂ ਹੈਗੀਆਂ ਨੇ ਤੇ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਦੇ ਕੰਨਾਂ ਤੱਕ ਵੀ ਆਵਾਜ਼ ਪਹੁੰਚਾਉਣੀ ਹੈ। ਸੋ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਫੈਸਲਾ ਹੈਗਾ ਨਰਿੰਦਰ ਮੋਦੀ ਦੀ ਮਨ ਕੀ ਬਾਤ ਨੂੰ ਕਾਊਂਟਰ ਕਰ ਸਕੇਗਾ? ਦੇਖੋ, ਅਸੀਂ ਆਨੇ ਆ ਵੀ ਜਿਹੜੀ ਮਨ ਕੀ ਬਾਤ ਹੈ ਨਾ, ਉਹ ਅਸਲ ਵਿੱਚ ਉਹਨਾਂ ਦੀ ਸੱਚ ਕੀ ਬਾਤ ਨਹੀਂ ਹੈਗੀ, ਇਹ ਝੂਠ ਕੀ ਬਾਤ ਅਸੀਂ ਕਹਿੰਦੇ ਆ। ਵੀ ਜਿੰਨੀਆਂ ਵੀ ਉਹਨਾਂ ਗੱਲਾਂ ਹੁਣ ਤੱਕ ਮਨ ਕੀ ਬਾਤ ਕੀਤੀਆਂ, ਕੋਈ ਇੱਕ ਵੀ ਨਹੀਂ ਲਾਗੂ ਹੋਈ। ਕੋਈ ਮੀਡੀਆ ਵਾਲੇ ਦੱਸਦੇ ਸਾਨੂੰ ਵੀ ਫਲਾਣੀ ਚੀਜ਼ ਉਹਨਾਂ ਕਹੀ ਆ ਤੇ ਉਹ ਲਾਗੂ ਹੋਈ ਆ, ਕਦੀ ਉਹ ਮਨ ਕੀ ਬਾਤ ਕੁਛ ਕਰ ਦਿੰਦੇ ਆ। ਸੋ ਅਸੀਂ ਥਾਲੀਆਂ ਵਜਾ ਕੇ ਅਸੀਂ ਇਹ ਦੱਸਣਾ ਚਾਹੁੰਦੇ ਆ, ਅਸਲ ਵਿੱਚ ਅਸੀਂ ਮੋਦੀ ਦਾ ਮਖੌਲ ਉਠਾਉਣਾ ਚਾਹੁੰਦੇ ਹਾਂ ਵੀ ਇਹ ਤੂੰ ਢੌਂਗ ਰਚਾਇਆ ਮਨ ਕੀ ਬਾਤ ਦਾ, ਵੀ ਤੂੰ ਪ੍ਰਧਾਨ ਮੰਤਰੀ ਆ, ਕਿਹੜੀ ਗੱਲ ਹੈ ਤੁਸੀਂ ਕਰ ਨਹੀਂ ਸਕਦੇ। ਮਨ ਕੀ ਬਾਤ ਜਿਹੜੀ ਵੈਸੇ ਇੱਕ ਪ੍ਰਪੰਚ ਜਿਹਾ ਉਹਨਾਂ ਨੇ ਲੜਾਇਆ ਵਾ, ਇਹਦੇ ਵਿੱਚ ਕੋਈ ਸੱਚੀ ਗੱਲਬਾਤ ਨਹੀਂ ਹੁੰਦੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਾਂ ਇਹ ਕਹਿ ਰਹੇ ਨੇ ਕਿ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈਗੀ ਹੈ ਉਹ ਤਾਂ ਅਸੀਂ ਲਾਗੂ ਵੀ ਕਰ ਦਿੱਤੀ ਹੈਗੀ ਹੈ, ਉਹਨਾਂ ਦੇ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਵੇਖੋ ਮੈਂ ਐਗਰੀਕਲਚਰ ਐਕਸਪਰਟ ਵੀ ਹਾਂ। ਅਸੀਂ ਇਹਦੇ ਉੱਤੇ ਬੜਾ ਵਰਕਆਊਟ ਕੀਤਾ। ਇਹਨੇ 2015 ਵਿੱਚ 14 ਵਿੱਚ ਆਇਆ, ਆਉਂਦਿਆਂ ਹੀ ਇਹਨੇ ਜਿਹੜੀ ਆ ਇਹ ਗੱਲਾਂ ਬਾਤਾਂ ਸ਼ੁਰੂ ਹੋਈਆਂ। 15 ਦੇ ਵਿੱਚ ਇੱਥੇ ਸਾਡਾ ਸਤਨਾਮ ਸਿੰਘ ਬਹਿਰੂ, ਸਾਡਾ 32 ਕਿਸਾਨ ਜਥੇਬੰਦੀਆਂ ਜੋ ਵੀ ਇੱਕ ਵਰਦੀ ਮੈਂਬਰ ਹੈ ਸਾਡਾ, ਇੱਥੇ ਆਇਆ ਹੋਇਆ ਅੱਜ। ਉਹਨੇ ਰਿਟ ਪਾਈ ਹੋਈ ਸੀ, ਉਹਦੀ ਤਰੀਕ ਸੀਗੀ, ਫਾਈਨਲ ਡਿਸੀਜਨ ਜਿਹੜੀ ਆ ਕੋਰਟ ਲੈਣਾ ਚਾਹੁੰਦੀ ਸੀ। ਉਹਦੇ ਵਿੱਚ ਭਾਰਤ ਸਰਕਾਰ ਦੇ ਸੋਲੀਸਿਟਰ ਜਨਰਲ ਨੇ ਜਾ ਕੇ ਕਹਿਤਾ, ਲਿਖਤੀ ਵੀ ਅਸੀਂ ਲਾਗੂ ਨਹੀਂ ਕਰ ਸਕਦੇ, ਜੇ ਲਾਗੂ ਕਰਦੇ ਹਾਂ ਸਾਡੇ ਦੇਸ਼ ਦੀ ਆਰਥਿਕਤਾ ਗੜਬੜਾ ਜਾਏਗੀ। ਇਹ ਉਹੀ ਮੋਦੀ ਆ, ਹੁਣ ਇਹ ਕਹਿੰਦਾ ਵੀ ਜੀ ਉਹ ਕਰਨੀ ਹੈ। ਇਹ ਝੂਠ ਬੋਲ ਰਿਹਾ ਸਰ ਇਹਦੇ ਉੱਤੇ। ਤੁਹਾਨੂੰ ਕੀ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ, ਹਰੇਕ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਉਸਦੇ ਮੂੰਹ ਦੇ ਵਿੱਚੋਂ ਕੋਈ ਸ਼ਬਦ ਨਿਕਲਦਾ ਹੈ ਉਹ ਸੁਰਖੀਆਂ ਦੀ ਹੈਡਲਾਈਨ ਬਣਦਾ ਹੈ, ਪਹਿਲੀ ਅਖਬਾਰ ਦੀ ਸੁਰਖੀ ਬਣਦਾ ਹੈ, ਫਿਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਐਡਾ ਵੱਡਾ ਝੂਠ ਕਿਉਂ ਬੋਲਣਗੇ? ਨਹੀਂ, ਇਹ ਤੇ ਹੁਣ ਤੱਕ ਅਸੀਂ ਕੈਲਕੂਲੇਟ ਕਰਵਾਏ ਆ, ਐਕਸਪਰਟ ਜਿਹੜੇ ਆ ਸਾਡੇ ਅੱਗੇ ਹੋਰ ਬਹੁਤ ਸਾਰੇ ਆ, ਇਹਨੇ ਹੁਣ ਤੱਕ ਮੋਟੇ 22,000 ਝੂਠ ਬੋਲੇ। 22,000 22,000 ਜਿਹੜੇ ਆ ਝੂਠ ਬੋਲੇ ਆ। ਉਹਨਾਂ 'ਚੋਂ ਵੀ ਇਹ ਝੂਠ ਮਾਰ ਰਿਹਾ, ਜਿਨ੍ਹਾਂ 'ਚੋਂ ਬਹੁਤੇ ਝੂਠ ਜਿਹੜੇ ਆ ਮਨ ਕੀ ਬਾਤ ਵਾਲੇ ਦਿਨ ਹੀ ਜ਼ਿਆਦਾ ਕੀਤੇ ਗਏ। ਸੋ ਇਸ ਕਰਕੇ ਇਹਦਾ ਜਿਹੜਾ ਇਹ ਐਸਾ ਪ੍ਰਧਾਨ ਮੰਤਰੀ ਸਾਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਲਿਫਾਫੇਬਾਜ਼ ਆ, ਫਫੜੇਬਾਜ਼ ਆ, ਅੱਜ ਕੱਲ੍ਹ ਕੁਛ ਕਰਦਾ। ਅੱਜ ਰਕਾਬਗੰਜ ਗੁਰਦੁਆਰੇ 'ਚ ਗਿਆ, ਅਸਲ 'ਚ ਉਹ ਸਾਨੂੰ ਉਹ ਦਿਖਾਉਣਾ ਚਾਹੁੰਦਾ ਵਾ ਵੀ ਇਹ ਪਹਿਲਾਂ ਪੰਜਾਬੀਆਂ ਦਾ ਇਹ ਅੰਦੋਲਨ ਸੀਗਾ, ਫਿਰ ਹੁਣ ਦਿਖਾਉਣਾ ਚਾਹੁੰਦਾ ਵਾ ਕਿ ਇਹ ਸਿੱਖਾਂ ਦਾ ਅੰਦੋਲਨ ਆ, ਇਹ ਪਗੜੀ ਵਾਲਿਆਂ ਦਾ ਅੰਦੋਲਨ ਆ। ਮੱਥਾ ਟੇਕ ਕੇ ਉਹਦੇ ਮਨ ਵਿੱਚ ਜੇ ਸੱਚੀ ਮੁੱਚੀ ਮੱਥਾ ਟੇਕਣ ਗਿਆ ਹੋਵੇ, ਇਹ 7 ਸਾਲਾਂ 'ਚ ਪਹਿਲੀ ਵਾਰ ਰਕਾਬਗੰਜ ਗੁਰਦੁਆਰੇ ਗਿਆ, ਜਦੋਂ ਕਿ ਪਾਰਲੀਮੈਂਟ ਤੋਂ ਇਹ ਗੁਰਦੁਆਰਾ ਸਟੋਨਜ਼ ਥਰੋ ਦੇ ਉੱਤੇ ਆ, ਜਾਂਦਿਆਂ ਆਉਂਦਿਆਂ ਰੋਜ਼ ਉਥਣੀ ਲੰਘਦੇ ਆ। ਅਸਲ ਵਿੱਚ ਇਹ ਸਾਡੇ ਅੰਦੋਲਨ ਨੂੰ ਕੋਈ ਉਹਦੇ ਮਨ ਵਿੱਚ ਐਸੀ ਸ਼ਰਧਾ ਨਹੀਂ ਲੱਗਦੀ। ਜੇ ਹੋਵੇ ਤਾਂ ਬੜੀ ਚੰਗੀ ਗੱਲ ਹੈ, ਰੱਦ ਕਰੇ ਕਾਨੂੰਨਾਂ ਨੂੰ, ਨਹੀਂ ਤਾਂ ਅਸੀਂ ਸਮਝਦੇ ਹਾਂ ਵੀ ਇਸ ਭਾਵਨਾ ਨਾਲ ਗਿਆ ਵਾ ਵੀ ਸਿੱਖਾਂ ਦਾ ਅੰਦੋਲਨ। ਮੱਧ ਪ੍ਰਦੇਸ਼ ਗਿਆ ਸਿੱਖਾਂ ਦੀ ਗੱਲ, ਉਹ ਕੱਛ 'ਚ ਗਿਆ ਸਿੱਖਾਂ ਦੀ ਗੱਲ, ਜਿੱਥੇ ਸਿੱਖਾਂ ਦੀ ਗੱਲ ਕਰਦਾ ਅਸਲ ਸਿੱਖਾਂ ਪਿੱਛੇ ਵੀ ਹੋਰ ਕਈ ਗੱਲਾਂ ਦੀਆਂ ਕਰਦਾ ਵੀ ਇਹ ਫਲਾਣਾ ਅੰਦੋਲਨ ਹੈ ਫਲਾਣਾ। ਇਸ ਕਰਕੇ ਅਸੀਂ ਉਹਨੂੰ ਕੋਈ ਜ਼ਿੰਮੇਵਾਰ ਵਿਅਕਤੀ ਨਹੀਂ ਸਮਝਦੇ ਇਸ ਮਸਲੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ, ਕਿਉਂਕਿ ਕਹਿ ਕੇ ਵੀ ਇਹ ਗੱਲ ਆਈ ਸੀ ਸੱਤਾ ਵਿੱਚ ਕਿ ਮੈਂ ਤਾਂ ਚੌਕੀਦਾਰ ਹੈਗਾ, ਚੌਕੀਦਾਰੀ ਕਰਨ ਆਇਆ ਦੇਸ਼ ਦੇ ਉੱਤੇ ਰਾਖੀ ਵਾਸਤੇ, ਅਤੇ ਚੌਕੀਦਾਰੀ ਕਰਾਂਗਾ। ਉਹ ਨਹੀਂ ਜੀ, ਕਹਿਣ ਦੀਆਂ ਗੱਲਾਂ ਕੁਛ ਹੁੰਦੀਆਂ। ਸਾਰੇ ਜਦੋਂ ਆਉਂਦੇ ਆ ਨਾ ਇਲੈਕਸ਼ਨਾਂ ਦੇ ਵਿੱਚ ਬੜੇ ਸੇਵਾਦਾਰ ਕਰਕੇ ਆਉਂਦੇ ਆ, ਹੱਥ ਜੋੜ ਕੇ ਆਉਂਦੇ ਆ, ਬੜੇ ਵਾਅਦੇ ਕਰਕੇ ਆਉਂਦੇ ਆ। ਉਹਨਾਂ ਵਿੱਚੋਂ ਵੀ ਇਹ ਚੌਕੀਦਾਰ ਕਾਹਦਾ, ਤੇ ਇਸ ਵੇਲੇ ਬੜਾ ਵੱਡਾ ਇਹ ਥਾਣੇਦਾਰ ਬਣ ਗਿਆ, ਉਹਦੇ ਤੋਂ ਵੀ ਤਾਂ ਚੱਲ ਗਿਆ। ਕੋਈ ਚੌਕੀਦਾਰ ਵਾਲੀ ਗੱਲ ਨਹੀਂ ਇਹਦੇ 'ਚ, ਕੋਈ ਸੇਵਾ ਭਾਵਨਾ ਵਾਲੀ ਗੱਲ ਨਹੀਂ। ਇਹ ਇੱਕ ਲਾਈਨ ਦੇ ਉੱਤੇ ਹੀ ਆ ਵੀ ਇਹ ਦੇਸ਼ ਦੀ ਪੋਲਰਾਈਜੇਸ਼ਨ ਕਰਨਾ ਚਾਹੁੰਦਾ, ਉਹ ਅਸੀਂ ਹੋਣ ਨਹੀਂ ਦੇਣੀ। ਇਹ ਸਾਡਾ ਜਿਹੜਾ ਅੰਦੋਲਨ ਆ, ਇਹਨੇ ਸਾਰੇ ਭਾਰਤ ਨੂੰ ਜਾਗਰੂਕ ਕਰਤਾ ਵੀ ਅਸਲ ਵਿੱਚ ਤੁਹਾਡੇ ਦੁੱਖਾਂ ਦਾ, ਤੁਹਾਡੀ ਗਰੀਬੀ ਦਾ, ਤੁਹਾਡੀ ਮਹਿੰਗਾਈ ਦਾ, ਤੁਹਾਡੀ ਬੇਰੁਜ਼ਗਾਰੀ ਦਾ, ਤੁਹਾਡੀ ਵਿੱਦਿਆ ਦਾ, ਤੁਹਾਨੂੰ ਸਵੱਛ ਪਾਣੀ ਨਾ ਮਿਲਣ ਦਾ, ਇਹ ਅਸਲ ਵਿੱਚ ਗੱਲ ਆ ਵੀ ਕਾਰਪੋਰੇਟ ਜਿਹੜੇ ਆ ਪਿਛਲੇ ਬੰਨੇ ਆ, ਉਹ ਜਿਹੜੇ ਆ ਉਹ ਦੇਸ਼ ਦੀ ਸਤ੍ਹਾ 'ਤੇ ਕਾਬਜ਼ ਆ, ਉਹ ਆਪਣੀਆਂ ਨੀਤੀਆਂ ਚਲਾਉਂਦੇ ਆ। ਉਹ ਆਉਣ ਵਾਲੇ ਸਮੇਂ ਦੇ ਵਿੱਚ 500 ਕਿੱਲਿਆਂ ਦਾ ਫਾਰਮ ਬਣਾਉਣਾ ਜੀ, 1000 ਦਾ ਬਣਾਉਣਾ, ਇਹ ਸਾਰੀ ਦੁਨੀਆ 'ਚ ਫੇਲ ਹੋ ਗਿਆ। ਕੈਨੇਡਾ 'ਚ ਸਾਡੇ ਦੋਸਤ ਆ 10,000 ਏਕੜ ਦਾ ਫਾਰਮ, ਅਮਰੀਕਾ ਦੇ ਵਿੱਚ ਆ 5,000 ਦੇ, 2,000 ਦੇ ਬਦਾਮ ਲੱਗੇ ਆ, ਸਾਰੇ ਫੇਲ ਹੋਏ ਪਏ ਆ। ਜਦੋਂ ਵੀ ਤੁਹਾਡੀ ਪ੍ਰਾਈਵੇਟਾਈਜੇਸ਼ਨ ਹੋਵੇਗੀ, ਤੁਹਾਡਾ ਕੋਈ ਮੰਡੀ ਨਹੀਂ ਹੋਊਗੀ, ਪਬਲਿਕ ਸੈਕਟਰ ਨਹੀਂ ਹੋਊਗਾ, ਉਹ ਐਡੇ ਵੱਡੇ ਫਾਰਮਾਂ ਨਾਲ ਨਹੀਂ ਚੱਲ ਸਕਦਾ। ਸਾਡੇ ਇੱਥੇ ਹਿੰਦੁਸਤਾਨ ਦੇ ਵਿੱਚ 80% ਲੋਕਾਂ ਕੋਲ ਤੇ 2.5 ਕਿੱਲੇ ਜ਼ਮੀਨ ਨਹੀਂ ਗੀ। ਸੋ ਸਾਡੇ ਕੋਈ ਵੀ ਜਿਹੜੀ ਨੀਤੀ ਬਣਨੀ ਚਾਹੀਦੀ ਆ, ਛੋਟੇ ਕਿਸਾਨ ਨੂੰ ਸਾਹਮਣੇ ਰੱਖ ਕੇ ਬਣਨੀ ਚਾਹੀਦੀ ਆ। ਛੋਟਾ ਕਿਸਾਨ ਕੁਆਲਿਟੀ ਵੀ ਚੰਗੀ ਪੈਦਾ ਕਰਦਾ ਵਾ, ਉਹ ਚੰਗੀ ਖੇਤੀ ਕਰਦਾ ਵਾ, ਉਹਦੀ ਪ੍ਰੋਡਕਸ਼ਨ ਵੀ ਜ਼ਿਆਦਾ ਹੁੰਦੀ ਆ, ਉਹ ਮੰਡੀ ਦੇ ਵਿੱਚ ਵੀ ਲੈ ਕੇ ਵਕਸੇ ਆਉਂਦਾ। ਸੋ ਇਸ ਕਰਕੇ ਛੋਟੇ ਕਿਸਾਨ ਨੂੰ ਉਭਾਰਨ ਦੇ ਲਈ ਇਹ ਸਾਡੇ ਕਾਰਪੋਰੇਟ ਸੈਕਟਰ ਬਿਲਕੁਲ ਫੇਲ ਨਹੀਂ ਹੋਣਾ ਚਾਹੀਦਾ, ਸਾਰੀ ਦੁਨੀਆ 'ਚ ਹੀ ਫੇਲ ਹੋਇਆ। ਇਹ ਵੀ ਸਾਹਮਣੇ ਆ ਰਿਹਾ ਕਿ ਕਿਸਾਨ ਆਗੂ ਵੀ ਕਹਿ ਰਹੇ ਨੇ, ਅਤੇ ਕਈ ਜਿਹੜੇ ਕਿਸਾਨ ਹੋਰ ਨੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਲਈ ਬੀਜੇਪੀ ਹਰ ਹੱਥਕੰਡਾ ਅਪਣਾ ਰਹੀ ਹੈ।
ਜੇ ਆਪਾਂ ਗੱਲ ਕਰੀਏ ਤਾਂ ਕਈ ਆੜ੍ਹਤੀਆਂ ਦੇ ਉੱਤੇ ਛਾਪੇਮਾਰੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਵਿਦੇਸ਼ੀ ਫੰਡ ਆ ਰਿਹਾ ਕਿਸਾਨ ਜਥੇਬੰਦੀਆਂ ਨੂੰ, ਉਸ ਬਾਰੇ ਵੀ ਗੱਲ ਹੁੰਦੀ ਹੈ, ਉਸ ਬਾਰੇ ਵੀ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਤੇ ਹੁਣ ਇੱਕ ਖਬਰ ਇਹ ਆ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਇੱਕ IT ਸੈੱਲ ਵਿੰਗ ਬਣਾਇਆ ਗਿਆ ਸੀ, ਉਸ ਤੋਂ ਬਾਅਦ ਫੇਸਬੁੱਕ ਪੇਜ ਬਣਾਇਆ ਗਿਆ ਸੀ ਪ੍ਰਚਾਰ ਦੇ ਲਈ, ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਚਾਰ ਕਰਨ ਦੇ ਲਈ, ਉਹ ਵੀ ਹੁਣ ਹਟਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ। ਕੇਂਦਰ ਸਰਕਾਰ ਦੇ ਇਹਨਾਂ ਹੱਥਕੰਡਿਆਂ ਨੂੰ ਕਿਵੇਂ ਦੇਖਦੇ ਹੋ? ਫਿਰ ਤੁਸੀਂ ਅੱਗੇ ਪ੍ਰਚਾਰ ਲਈ ਕੀ ਰਣਨੀਤੀ ਬਣਾਉਂਦੇ ਹੋ? ਦੇਖੋ ਜੀ, ਸਾਡਾ ਦੇਸ਼ ਜਮਹੂਰੀਅਤ ਹੈ। ਇਹਦੇ 'ਚ ਬੋਲਣ ਦੀ ਆਜ਼ਾਦੀ ਆ, ਲਿਖਣ ਦੀ ਆਜ਼ਾਦੀ ਆ, ਪੜ੍ਹਨ ਦੀ ਆਜ਼ਾਦੀ ਆ, ਪਹਿਰਾਵੇ ਦੀ ਆਜ਼ਾਦੀ ਆ, ਖਾਣ ਦੀ ਆਜ਼ਾਦੀ ਆ, ਪਹਿਨਣ ਦੀ ਆਜ਼ਾਦੀ ਆ। ਇਹ ਸਾਰੀਆਂ ਆਜ਼ਾਦੀਆਂ ਖੋਹਣਾ ਚਾਹੁੰਦਾ ਜੇ ਲੋਕੀ ਅਖਬਾਰ ਵਿੱਚ ਲਿਖਦੇ ਆ ਤੇ ਉਹਦਾ ਤੁਸੀਂ ਅਖਬਾਰ ਆਪਣੀ ਜਵਾਬ ਦੇ ਦਿਓ, ਉਹਨੂੰ ਉਹਦਾ ਪੇਜ ਹੀ ਵਿੱਚੋਂ ਬੰਦ ਕਰ ਦੇਣਾ। ਇਹ ਜਿਹੀਆਂ ਕੋਝੀਆਂ ਹਰਕਤਾਂ ਜਿਹੜੀਆਂ ਇਹ ਅਸੀਂ ਨਹੀਂ ਚੱਲਣ ਦੇਣੀਆਂ ਆਉਣ ਵਾਲੇ ਸਮੇਂ 'ਚ। ਸਾਡੇ ਕੋਲ ਤੇ ਜੇ ਮੰਨ ਲਓ ਗੋਦੀ ਮੀਡੀਆ ਵਾ, ਬਹੁਤ ਮੀਡੀਆ ਚੰਗਾ ਵੀ ਹੈਗਾ, ਐਸੀ ਗੱਲ ਨਹੀਂ, ਸਾਡੀ ਖਬਰ ਜਾਂਦੀ ਹੈ। ਸਾਡੀ ਆ ਜਿਹੜੀ ਪਬਲਿਕ, ਸਾਡਾ ਮੀਡੀਆ ਹੀ ਆ। ਇੱਥੇ 1 ਲੱਖ ਕਿਸਾਨ ਬੈਠਾ ਤੇ ਜੇ ਉਹਨਾਂ ਨਾਲ ਗੱਲ ਕਰੀਏ ਤਾਂ ਸਾਰੇ ਲੋਕਾਂ ਤੱਕ ਪਹੁੰਚਾ ਦਿੰਦੇ ਆ। ਇਹ ਅਸਲ 'ਚ ਡੈਮੋਕ੍ਰੇਸੀ ਸ਼ਬਦ ਹੀ ਸਾਡੇ ਵਿਧਾਨ 'ਚੋਂ ਕੱਢਣਾ ਚਾਹੁੰਦੇ ਆ ਕਿ ਕਿਸੇ ਨੂੰ ਆਜ਼ਾਦੀ ਹੋਵੇ। ਇਹ ਕਿਸੇ ਦਾ ਬਰਦਾਸ਼ਤ ਨਹੀਂ। ਇਹ BJP ਗਵਰਨਮੈਂਟ ਐਸੀ ਆ, ਇਹ ਆਪਣੇ ਉੱਤੇ ਕੋਈ ਵੀ ਟਿੱਪਣੀ ਕਰਨੀ ਬਰਦਾਸ਼ਤ ਨਹੀਂ ਕਰਦੀ। ਇਹ ਜਦੋਂ ਕਾਨੂੰਨ ਇਨੀਸ਼ੀਏਟ ਕੀਤੇ ਸੀ, ਇਹ 11, 12, 13 ਦੀ ਗੱਲ ਆ, ਮਨਮੋਹਨ ਸਿੰਘ ਦੀ ਗਵਰਨਮੈਂਟ 'ਚ ਇਹਨਾਂ ਦਾ ਜਿਹੜਾ ਜੇਤਲੀ ਆ ਉਹਨੇ ਨਾ ਐਂ ਪੱਬਾਂ ਭਾਰ ਹੋ ਕੇ ਘੰਟਾ ਪਾਰਲੀਮੈਂਟ 'ਚ ਬੋਲਿਆ। ਉਹਦਾ ਮੈਂ ਲੈਕਚਰ ਸੁਣਿਆ ਸੀ, ਇਹ ਗਲਤ ਕਾਨੂੰਨ ਆ, ਇਹ ਨਹੀਂ ਬਣਨੇ ਚਾਹੀਦੇ, ਦੇਸ਼ ਦੀ ਤਬਾਹੀ ਹੋ ਜੂਗੀ। ਉਹ ਹੁਣ ਕਹਿੰਦੇ ਬੜੇ ਚੰਗੇ, ਬੜੇ ਚੰਗੇ, ਬੜੇ ਚੰਗੇ। ਸੋ ਇਹ BJP ਜਿਹੜੀ ਆ, ਇਹਦੇ ਬੜੇ ਮੂੰਹ ਆ। ਇਹਦੇ ਉੱਤੇ ਇਤਬਾਰ ਕਰਨਾ ਮੈਂ ਤਾਂ ਨਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਜੀ। ਸੋ ਸ਼ੁਕਰੀਆ ਸਤਨਾਮ ਜੀ ਗੱਲਬਾਤ ਕਰਨ ਲਈ। ਹਾਂਜੀ, ਥੈਂਕ ਯੂ। ਸੋ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਤਨਾਮ ਸਿੰਘ ਅਜਨਾਲਾ ਜੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਖਿਆ ਹੈ ਕਿ ਜਿਹੜੀਆਂ ਇਹ ਅੱਜ ਆਗੂ ਜਿਹੜੇ BJP ਵਾਲੇ ਹੈਗੇ ਨੇ, ਜਿਨ੍ਹਾਂ ਨੇ ਇਹ ਕਾਨੂੰਨ ਅੱਜ ਲਾਗੂ ਕੀਤੇ ਨੇ, ਜਦੋਂ ਇਹ ਪਹਿਲਾਂ ਵਿਰੋਧੀ ਧਿਰ ਵਿੱਚ ਹੁੰਦੇ ਸੀ ਉਸ ਵੇਲੇ ਇਹ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ ਨੇ। ਉਹ ਉਸ ਵੇਲੇ ਗੱਲਾਂ ਕਰਦੇ ਸੀ ਕਿ ਖੇਤੀ ਨੂੰ ਕਦੇ ਵੀ ਅਸੀਂ ਪ੍ਰਾਈਵੇਟਾਂ ਦੇ ਹੱਥਾਂ ਵਿੱਚ ਨਹੀਂ ਸੌਂਪ ਸਕਦੇ। ਖਾਸ ਤੌਰ ਤੇ ਉਹਨਾਂ ਨੇ ਜੇਤਲੀ ਸਾਹਿਬ ਦਾ ਜ਼ਿਕਰ ਕੀਤਾ ਤੇ ਰਾਜਨਾਥ ਸਿੰਘ ਵੀ ਕਈ ਵਾਰੀ ਕਹਿ ਚੁੱਕੇ ਨੇ। ਤੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਵਾਇਰਲ ਹੋਈਆਂ ਸੀ ਉਹਦੇ ਵਿੱਚ ਸੁਸ਼ਮਾ ਸਵਰਾਜ ਹੋਰਾਂ ਦੀ ਵੀ ਵਾਇਰਲ ਹੋਈ ਸੀ। ਉਹ ਵੀ ਇਹ ਪੁਰਾਣੇ ਸਮੇਂ ਤੋਂ ਕਹਿੰਦੇ ਆਏ ਨੇ ਕਿ ਕਾਰਪੋਰੇਟਾਂ ਜਦੋਂ ਖੇਤੀ ਸੈਕਟਰ ਆ ਗਿਆ ਤੇ ਉਸ ਨਾਲ ਦੇਸ਼ ਵਿੱਚ ਮਹਿੰਗਾਈ ਵੱਧ ਜਾਏਗੀ ਤੇ ਕਿਸਾਨ ਦੀ ਹਾਲਤ ਵੱਧ ਤੋਂ ਬੱਤਰ ਹੋ ਜਾਏਗੀ। ਲੇਕਿਨ ਜਦੋਂ ਇਹ ਸਰਕਾਰ ਹੁਣ ਸੱਤਾ ਦੇ ਵਿੱਚ ਆ ਗਈ ਹੈ ਤੇ ਹੁਣ ਉਹਨਾਂ ਨੇ ਉਹੀ ਕਦਮ ਚੁੱਕ ਲਿੱਤਾ ਹੈ। ਜਿਹੜੀਆਂ ਗੱਲਾਂ ਉਹ ਪਹਿਲਾਂ ਕਹਿੰਦੇ ਸੀ ਕਿ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਨੇ ਉਹੀ ਖੇਤੀ ਜਿਹੜੇ ਕਾਨੂੰਨ ਹੈਗੇ ਨੇ ਉਹ ਲਾਗੂ ਕਰਕੇ ਦਿਖਾ ਦਿੱਤੇ ਨੇ। ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈਗਾ। ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਪਹਿਲਾਂ ਹੁੰਦੀਆਂ ਰਹੀਆਂ ਨੇ। ਮੀਟਿੰਗਾਂ ਕਿਸਾਨ ਆਗੂਆਂ ਦੀਆਂ ਬੇਸਿੱਟਾ ਰਹਿਣ ਤੋਂ ਬਾਅਦ ਇਹ ਜਿਹੜੀ ਖੜੋਤ ਪੈਦਾ ਹੋਈ ਉਸ ਨੇ ਬੇਚੈਨੀ ਹੋਰ ਵਧਾ ਦਿੱਤੀ ਹੈ। ਮੀਟਿੰਗਾਂ ਦਾ ਸਿਲਸਿਲਾ ਫਿਲਹਾਲ ਬੰਦ ਹੈਗਾ। ਦੋਵਾਂ ਧਿਰਾਂ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਸੱਦਾ ਆਵੇ। ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਨੂੰ ਪਹਿਲਾਂ ਕਿਸਾਨ ਕਹਿਣ ਕਿ ਅਸੀਂ ਮੀਟਿੰਗ ਕਰਨ ਲਈ ਤਿਆਰ ਹਾਂ। ਇੱਧਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਨੂੰ ਜਦੋਂ ਲਿਖਤੀ ਤੌਰ ਤੇ ਸੱਦਾ ਆਊਗਾ, ਕਿਉਂਕਿ ਅਸੀਂ ਤਾਂ ਆਪਣੀ ਗੱਲ ਆਖ ਆਏ ਹਾਂ ਕਿ ਅਸੀਂ ਤਾਂ ਖੇਤੀ ਕਾਨੂੰਨ ਰੱਦ ਕਰਵਾ ਕੇ ਜਾਣੇ ਨੇ। ਜਦੋਂ ਦਿਲ ਬਣ ਜੇ ਕੇਂਦਰ ਸਰਕਾਰ ਦਾ, ਸਾਨੂੰ ਸੱਦ ਲੈ ਕਿ ਆ ਜਾਓ ਭਾਈ, ਅਸੀਂ ਬਹਿ ਕੇ ਗੱਲ ਕਰ ਲੈਂਦੇ ਹਾਂ, ਤੇ ਅਸੀਂ ਉਸ ਵੇਲੇ ਆ ਜਾਵਾਂਗੇ। ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟ ਰਹੇ। ਕੁੰਡਲੀ ਬਾਰਡਰ ਤੋਂ ਕੈਮਰਾਮੈਨ ਸ਼ਾਰੀ ਦੇ ਨਾਲ ਅਮਨ ਮੋਹਨ ਮੁਜਾਦ ਦੀ ਰਿਪੋਰਟ, ਹਮਦਰਦ TV।